ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮੁਕੱਦਸ ਗੋਦ ਵਿੱਚ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਆਓ ਇਸ ਵੇਲੇ ਨੂੰ ਸਫਲਾ ਬਣਾਈਏ। ਚੱਲ ਰਹੀ ਸਤਿਗੁਰਾਂ ਦੀ ਪਾਵਨ ਜੀਵਨ ਕਥਾ ਜਿਸ ਵਿੱਚੋਂ ਆਪ ਜੀ ਨਿਤਾ ਪ੍ਰਤ ਆਨੰਦ ਮਾਣਦੇ ਹੋ। ਸਰਵਣ ਕੀਤਾ ਸੀ ਸਿੱਧਾਂ ਦੇ ਚੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਆਉਂਦੇ ਆ। ਆਪਣੀ ਆਪਣੀ ਹਉਮੈ ਦਾ ਪ੍ਰਗਟਾਵਾ ਕਰਦੇ ਨੇ, ਕਲਾ ਵਿਖਾਉਂਦੇ ਨੇ, ਸਵਾਲ ਜਵਾਬ ਕਰਦੇ ਨੇ। ਪਰ ਇੱਕ ਦੋ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਈਨ ਮੰਨੀ। ਜਾ ਕਰਕੇ ਆਪਣੇ ਗੁਰੂ ਗੋਰਖ ਨੂੰ ਆਖ ਦਿੱਤਾ ਹੈ, ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿੱਤਣਾ ਔਖਾ ਹੀ ਨਹੀਂ, ਨਾਮੁਮਕਿਨ ਹੈ। ਲੋਹਾਰੀਪਾ ਵਰਗੇ ਸਿੱਧ ਗੁਰੂ ਬਾਬਾ ਜੀ ਦੇ ਅੱਗੇ ਆਪਾ ਸੌਂਪ ਗਏ। ਭੰਗੜਨਾਥ ਵਰਗੇ ਹੰਕਾਰ ਕਰਦੇ ਨੇ, ਜਿਨ੍ਹਾਂ ਨੂੰ ਇਹ ਲੱਗਦਾ ਸੀ ਗੁਰੂਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਝੁਕਾ ਲਵਾਂਗੇ। ਬੜੇ ਵਿਸਥਾਰ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਬੜੀ ਪਿਆਰੀ ਕਥਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ, ਜਿਸ ਵਿੱਚ ਸਤਿਗੁਰੂ ਜੀ ਸਿੱਧਾਂ ਦੇ ਨਾਲ ਵੀ ਬੜੇ ਹਲਕੇ ਰੂਪ ਚ ਪੇਸ਼ ਆ ਰਹੇ। ਬੇਸ਼ੱਕ ਉਹਨਾਂ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਂਦੀ। ਸਿੱਧ ਆਪਣੀ ਤਰਫ ਤੋਂ ਆਪਣੇ ਬਲਬੂਤੇ ਤੇ ਪੂਰਾ ਜ਼ੋਰ ਲਾਉਂਦੇ ਨੇ, ਨੀਚਾ ਵਿਖਾਉਣ ਦਾ, ਕੌੜਾ ਬੋਲਣ ਦਾ। ਪਰ ਮੇਰੇ ਸਾਹਿਬ ਦਲੀਲਾਂ ਦੇ ਨਾਲ ਉਹਨਾਂ ਨੂੰ ਉਪਦੇਸ਼ ਬਖਸ਼ਦੇ ਨੇ। ਆਓ ਜੀ ਇਹਨਾਂ ਘੜੀਆਂ ਨੂੰ ਸਫਲੀਆਂ ਬਣਾਈਏ। ਪ੍ਰੇਮ ਦੀ ਪਾਓ ਸਾਂਝ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਗੋਰਖ ਆਇਸ ਦੇਤ ਪਇਓ, ਤੁਮ ਜੀਤੋ ਜਾਇ ਕੈ ਬਾਦ ਉਚਾਰੋ। ਜਿਸ ਵੇਲੇ ਸਿੱਧਾਂ ਦੇ ਗੁਰੂ ਗੋਰਖਨਾਥ ਲੋਹਾਰੀਪਾ ਸਿੱਧ ਵੱਲ ਵੇਖ ਕੇ ਅਚਰਜ ਹੁੰਦੇ ਨੇ, ਇਹ ਤੇ ਹਾਰ ਕੇ ਆ ਗਿਆ। ਇਹ ਤੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦਾ ਹੈ, ਉਹਨਾਂ ਦੀ ਬੌੜੀ ਕਰਦਾ ਹੈ। ਕੋਲ ਬੈਠਾ ਭੰਗੜਨਾਥ ਬੜੇ ਹੰਕਾਰ ਵਿੱਚ ਕਹਿੰਦਾ, ਗੁਰੂਦੇਵ ਜੇ ਮੈਨੂੰ ਆਗਿਆ ਦੇ ਦਿਓ ਨਾ ਤੇ ਮੈਂ ਸਮਝਾ ਕੇ ਆਵਾਂ, ਕਿਉਂਕਿ ਮੈਂ ਤਾਰੇ ਤੋੜ ਲੈਂਦਾ। ਇਹ ਹੰਕਾਰ ਦੀਆਂ ਗੱਲਾਂ ਨਹੀਂ, ਕੱਲਾ ਹੰਕਾਰ ਨਹੀਂ, ਇਹ ਕੁਝ ਉਹ ਕਰ ਸਕਦੇ ਸੀ। ਮੈਂ ਅਸਮਾਨ ਦੇ ਤਾਰਿਆਂ ਨੂੰ ਤੋੜਨਾ ਜਾਣਦਾ, ਤੇ ਮੇਰੇ ਸਾਹਮਣੇ ਕੌਣ ਭਗਤੀ ਵਾਲਾ ਹੈ, ਕੌਣ ਦਰਵੇਸ਼ ਹੈ, ਕੌਣ ਅਵਤਾਰ ਹੈ।
ਮੈਂ ਕਿਸੇ ਨੂੰ ਨਹੀਂ ਜਾਣਦਾ। ਬੋਲਣ ਮੈਂ ਸਭ ਭਾਂਤ ਪਰਬੀਨ ਹੋ, ਪੰਥ ਮੈਂ ਆਨੋ ਜੈਸ ਨਿਹਾਰੋ। ਗੋਰਖਨਾਥ ਕਹਿੰਦਾ ਮੈਨੂੰ ਖੁਸ਼ੀ ਆ ਤੁਸੀਂ ਚੱਲੇ ਹੋ, ਪਰ ਮੈਂ ਇਹਨਾਂ ਦੱਸਦਾ ਵੀ ਗੁਰੂ ਨਾਨਕ ਪਾਤਸ਼ਾਹ ਬੋਲਣ ਵਿੱਚ ਬੜੇ ਪ੍ਰਵੀਨ, ਕਹੀਏ ਸਿਆਣੇ ਨੇ। ਬੜੇ ਹਿਸਾਬ ਨਾਲ ਤੈਨੂੰ ਗੱਲ ਕਰਨੀ ਪੈਣੀ ਆ। ਕਿੰਨੇ ਸਿੱਧ ਗਏ ਨੇ, ਸਭ ਉਹਨਾਂ ਦੀ ਚਰਚਾ ਦੇ ਸਾਹਮਣੇ ਹਾਰ ਜਾਂਦੇ। ਜਦੋਂ ਗੁਰੂ ਬਾਬਾ ਜੀ ਸਵਾਲ ਕਰਦੇ ਆ, ਕਿਸੇ ਸਿੱਧ ਕੋਲ ਜਵਾਬ ਨਹੀਂ ਹੁੰਦਾ। ਸਿੱਧਾਂ ਦੇ ਸਾਰੇ ਸਵਾਲਾਂ ਦੇ ਜਵਾਬ ਸਤਿਗੁਰ ਦੇ ਦਿੰਦੇ। ਕਹਿੰਦਾ ਚੁਕੰਨੇ ਹੋ ਕੇ, ਚੌਕਸ ਹੋ ਕੇ ਉਹਨਾਂ ਨਾਲ ਗੱਲ ਕਰਿਓ, ਜਿਸ ਤਰੀਕੇ ਨਾਲ ਉਹ ਸਾਡੇ ਧਰਮ 'ਚ ਆ ਜਾਣ, ਸਾਡੇ ਪੰਥ 'ਚ ਆ ਜਾਣ। ਅਸਲ ਤੇ ਮੁੱਦਾ ਇਹੋ ਹੀ ਆ ਨਾ, ਹੋਰ ਕਾਹਦੀ ਬਹਿਸ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਝੁਕਾ ਕੇ ਆਪਣੇ ਗੁਰੂ ਦੇ ਚਰਨਾਂ 'ਚ ਬਿਠਾ ਦਈਏ ਤੇ ਸਤਿਗੁਰੂ ਬਾਬਾ ਨਾਨਕ ਸਿੱਧਾਂ ਦੇ ਸਿੱਧ ਬਣ ਜਾਣ ਤੇ ਸਾਡੇ ਪੰਥ ਦੀ ਵਡਿਆਈ ਹੋਈ। ਸਿੱਧ ਸੁਣ ਕੇ ਆਪਣੇ ਗੁਰੂ ਨੂੰ ਕਹਿੰਦਾ ਜੀ ਜੇ ਤੁਹਾਡਾ ਹੁਕਮ ਹੋਵੇ, ਤੁਹਾਡੀ ਕਿਰਪਾ ਹੋਵੇ, ਇਹ ਸਭ ਕੁਝ ਮੈਂ ਪਲਾਂ ਵਿੱਚ ਕਰ ਸਕਦਾ ਹਾਂ। ਸਰੋਨ ਪ੍ਰਸ਼ੰਸ ਸੁਣੀ ਗਰਬਿਓਰ, ਭੰਗਰ ਤੂਰਨ ਕੀਨ ਪਧਾਰੋ। ਆਪਣੇ ਗੁਰੂ ਕੋਲੋਂ ਆਪਣੀ ਤਾਰੀਫ ਸੁਣ ਕੇ ਭੰਗੜਨਾਥ ਹੋਰ ਹੰਕਾਰ ਗਿਆ, ਹੋਰ ਹਉਮੈ 'ਚ ਆ ਗਿਆ। ਭਾਵੇਂ ਬੱਚਾ ਹੋਵੇ ਜਾਂ ਵਿਦਿਆਰਥੀ ਹੋਵੇ, ਜਿੱਦਣ ਮਾਪਿਆਂ ਨੇ ਧੀ ਪੁੱਤ ਦੀ ਸਿਫਤ ਕਰ ਦਿੱਤੀ, ਉਸ ਦਿਨ ਧੀ ਪੁੱਤ ਵੱਸੋਂ ਬਾਹਰ ਹੋ ਜਾਂਦੇ। ਇਸ ਲਈ ਪੁਰਾਣੇ ਬਜ਼ੁਰਗ ਆਪਣੇ ਹੋਣਹਾਰ ਬੱਚਿਆਂ ਦੀ ਤਾਰੀਫ ਕਦੇ ਮੂੰਹ ਤੇ ਨਹੀਂ ਸੀ ਕਰਦੇ, ਪਿੱਠ ਪਿੱਛੋਂ ਭਾਵੇਂ ਸਿਫਤਾਂ ਕਰੀ ਜਾਣ, ਪਰ ਔਲਾਦ ਨੂੰ ਲੱਗਦਾ ਸੀ ਵੀ ਇਹ ਸਾਡੇ ਬਾਰੇ ਚੰਗਾ ਸੋਚਦੀ। ਤੇ ਚੰਗਾ ਗੁਰੂ, ਉਸਤਾਦ, ਟੀਚਰ ਉਹ ਕਦੇ ਵੀ ਆਪਣੇ ਵਿਦਿਆਰਥੀ ਦੀ ਵਡਿਆਈ ਉਹਦੇ ਮੂੰਹ ਤੇ ਨਹੀਂ ਕਰਦਾ, ਪਿੱਠ ਪਿੱਛੋਂ ਕਰਦਾ ਸਾਰਿਆਂ 'ਚ। ਕਿਉਂਕਿ ਜੇ ਮੂੰਹ ਤੇ ਸਿਫਤ ਕਰਤੀ, ਉਹਨੇ ਪੜ੍ਹਨੋਂ ਹਟ ਜਾਣਾ ਵੀ ਲੈ ਆਪਾਂ ਨੂੰ ਤੇ ਟੀਚਰ ਅਧਿਆਪਕ ਕਹਿੰਦੇ ਆ, ਇੱਥੇ ਪੜ੍ਹਾਕੂ ਬਹੁਤ ਹੈ, ਇਹ ਤੇ ਸਿਆਣਾ ਹੀ ਬੜਾ ਹੈ। ਪਰ ਗੋਰਖਨਾਥ ਨੇ ਅੱਜ ਆਪਣੇ ਚੇਲੇ ਦੀ ਸਿਫਤ ਮੂੰਹ ਤੇ ਇਸ ਲਈ ਕੀਤੀ, ਉਹਨੂੰ ਪਤਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਨੂੰ ਕੁੱਦ ਕੇ ਪਏਗਾ। ਜਿਹੜਾ ਕਹਿੰਦਾ ਮੈਂ ਤਾਰੇ ਤੋੜ ਲਿਆਉਣਾ, ਮੇਰੇ ਸਾਹਮਣੇ ਬਾਬਾ ਨਾਨਕ ਕੀ ਹੈ, ਇਹੋ ਜਿਹੀ ਹਉਮੈ 'ਚ ਬੋਲਦਾ ਹੈ। ਜਦ ਗੁਰੂ ਨੇ ਸਿਫਤ ਕਰ ਦਿੱਤੀ, ਫਿਰ ਭੰਗੜਨਾਥ ਦੇ ਪੈਰ ਧਰਤੀ ਤੇ ਕਿਉਂ ਲੱਗਣੇ ਸੀ? ਉੱਠਿਆ, ਮੱਥਾ ਟੇਕਿਆ, ਸਿੱਧਾਂ ਤੋਂ ਆਸੀਸ ਮੰਗੀ ਹੈ, ਕਹਿੰਦਾ ਮੈਂ ਜਿੱਤ ਕੇ ਆਵਾਂਗਾ। ਮੂਰਖ ਭੇਦਨ ਜਾਣਤ ਜੋ, ਨਿਗਮਾਗਮ ਕੋਏ ਰੂਪ ਆਧਾਰੋ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਸਾਹਿਬ ਜੀਓ, ਮੈਂ ਇਹ ਕਹਿਣਾ ਵੀ ਮੂਰਖ ਹੈ ਨਾ, ਜਿਹੜਾ ਮੂਰਖ ਉਹ ਕਦੇ ਸਿਆਣੇ ਦੀ ਗੱਲ ਦਾ ਭੇਦ ਨਹੀਂ ਜਾਣਦਾ। ਭੰਗੜਨਾਥ ਆਪਣੇ ਹੰਕਾਰ 'ਚ ਏਡਾ ਵੱਡਾ ਮੂਰਖ ਬਣ ਗਿਆ, ਜਿਸ ਰੱਬ ਦਾ ਭੇਦ ਵੇਦ ਗ੍ਰੰਥ ਸ਼ਾਸਤਰ ਨਹੀਂ ਪਾ ਸਕਦੇ। ਕਹਿੰਦਾ ਮੈਂ ਸਮਝਾ ਲਾਂਗਾ, ਮੋੜ ਕੇ ਲਿਆਉਂ ਉਹਨਾਂ ਨੂੰ ਇਧਰਲੇ ਪਾਸੇ। ਉੱਠਿਆ, ਸਿੱਧਾਂ ਕੋਲ ਮੱਥਾ ਟੇਕਿਆ, ਆਫਰਿਆ ਫਿਰਦਾ। ਹੰਕਾਰ ਆ ਨਾ ਜਿਹੜਾ, ਜਿਉਂ-ਜਿਉਂ ਬੰਦੇ ਕੋਲ ਪਦਾਰਥ ਜ਼ਿਆਦਾ ਹੋਣਗੇ, ਤਿਉਂ-ਤਿਉਂ ਹੰਕਾਰ ਦੀ ਸੀਮਾ ਵੱਧਦੀ ਜਾਂਦੀ ਹੈ ਤੇ ਜੀਵਨ ਡਿੱਗਦਾ ਜਾਂਦਾ ਹੈ। ਭੰਗੜਨਾਥ ਨੇ ਪੈਰਾਂ 'ਚ ਖੜਾਵਾਂ ਪਾਈਆਂ, ਤੁਰ ਕੇ ਚੱਲ ਪਿਆ। ਜਿਸ ਪਰਬਤ ਤੇ ਗੁਰੂ ਨਾਨਕ ਸਾਹਿਬ ਬੈਠੇ ਨੇ, ਉਹਨਾਂ ਪਰਬਤ ਸੁਮੇਰ ਦੇ ਨਾਲ ਹੈ, ਉਸ ਪਾਸੇ ਚੱਲ ਪਿਆ। ਸ੍ਰੀ ਗੁਰ ਜੀ ਗਮਣੇ ਤਿਤ ਆਗੇ ਕੋ, ਮੰਦ ਹੀ ਮੰਦ ਸੋ ਚਾਲ ਸੁਹਾਈ। ਇਧਰ ਸਾਹਿਬ ਜੀ ਭਾਈ ਮਰਦਾਨਾ ਜੀ ਦਾ ਬਚਨ ਮੰਨ ਕੇ ਪਰਬਤ ਦੀਆਂ ਬਰਫਾਂ ਤੇ ਅੱਗੇ ਤੁਰੇ। ਕਹਿੰਦੇ ਮਹਾਰਾਜ ਅੱਗੇ ਚੱਲਦੇ ਆ। ਗੁਰੂ ਸਾਹਿਬ ਨੇ ਜਾਣ ਲਿਆ, ਪਿੱਛੇ ਖੜਾਵਾਂ ਦੀ ਆਵਾਜ਼ ਆ ਰਹੀ ਹੈ, ਕੋਈ ਤੁਰਿਆ ਆਉਂਦਾ ਹੈ, ਜਾਣ ਬੁੱਝ ਕੇ ਤੁਰ ਕੇ ਆ ਰਿਹਾ ਸੀ ਭੰਗੜਨਾਥ। ਉਹਦੀ ਆਪਣੀ ਚਲਾਕੀ ਹੈ, ਉਹਦਾ ਆਪਣਾ ਹਿਸਾਬ ਹੈ, ਉਹ ਚਾਹੁੰਦਾ ਮੈਂ ਕਿਸ ਤਰੀਕੇ ਨਾਲ ਇਹਨਾਂ ਨੂੰ ਹਰਾਉਣਾ ਹੈ। ਗੁਰੂ ਪਾਤਸ਼ਾਹ ਜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ, ਪਰ ਭੰਗੜਨਾਥ ਜਾਣਦਾ ਸੀ ਇਹ ਕਿੱਥੋਂ ਤੱਕ ਜਾਣਗੇ, ਇਹਨਾਂ ਨੂੰ ਅੱਗੇ ਜਾਣ ਨਹੀਂ ਦੇਣਾ। ਉੱਚੇ ਗਏ ਜਬ ਹੀ ਬਹੁਤੇ, ਮਰਦਾਨੇ ਤਬ ਮੁਖ ਬਾਣੀ ਅਲਾਈ। ਜਦੋਂ
ਸਤਿਗੁਰੂ ਜੀ ਉਹਨਾਂ ਪਰਬਤ ਤੇ ਚੜ੍ਹਦੇ ਚੜ੍ਹਦੇ ਥੋੜੇ ਹੋਰ ਉੱਚੇ ਚਲੇ ਗਏ ਤੇ ਭਾਈ ਮਰਦਾਨਾ ਰੁਕ ਕੇ ਸਤਿਗੁਰਾਂ ਨੂੰ ਬਚਨ ਆਖਣ ਲੱਗੇ, ਕਹਿੰਦੇ ਬਾਬਾ ਆ ਉਚਾਈਆਂ ਤੇ ਆ ਕੇ ਡਰ ਜਿਹਾ ਲੱਗਦਾ ਹੈ, ਇੱਥੇ ਕੁਛ ਨਹੀਂ ਦਿਸਦਾ, ਹਰ ਪਾਸੇ ਹਨੇਰਾ ਨਜ਼ਰੇ ਆਉਂਦਾ ਏ। ਦੇਖ ਰਹਿਓ ਨਿਜ ਲੋਚਨ ਸੰਗ, ਮਰ ਜੰਕ ਬੈ ਨਹਿ ਦੇਤ ਦਿਖਾਈ। ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਸਾਹਿਬ ਜੀ, ਨਾ ਮੈਨੂੰ ਕਿਤੇ ਚੰਦ ਦਿਸਦਾ ਤੇ ਨਾ ਦਿਸਦੇ ਤਾਰੇ। ਇਹੋ ਜਿਹੀ ਪੋਜੀਸ਼ਨ, ਇਹ ਕੋਈ ਵੱਡੀ ਗੱਲ ਨਹੀਂ ਹੈ। ਪਹਾੜਾਂ ਪਰਬਤਾਂ ਵਿੱਚ ਜਾ ਕੇ ਕਈ ਵਾਰ ਨਾ ਦਿਸ਼ਾ ਦਾ ਵੀ ਨਹੀਂ ਪਤਾ ਲੱਗਦਾ। ਜੇ ਦਿਸ਼ਾ ਦਾ ਪਤਾ ਲੱਗੇ ਤੇ ਚੰਦਰਮਾ ਲੱਭੂ ਤਾਂ, ਕਿਉਂਕਿ ਚੰਦ ਦੀ ਆਪਣੀ ਦਿਸ਼ਾ ਹੈ। ਦੀਨ ਦੁਨੀਆ ਦੇ ਵਾਲੀ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਦੇ ਬਚਨਾਂ ਨੂੰ ਸੁਣ ਕੇ ਉੱਚੀ ਉੱਚੀ ਹੱਸ ਪਏ। ਊਪਰ ਹੈ ਕਿ ਨਹੀਂ ਸਥਾਨ, ਕਹਾਂ ਲਗ ਜਾਵੋ ਦੇਹੋ ਬਤਾਏ। ਕਹਿੰਦੇ ਬਾਬਾ ਮੈਨੂੰ ਏਦਾਂ ਲੱਗਦਾ ਹੈ ਆਪਾਂ ਤੇ ਚੰਦ ਸੂਰਜ ਤਾਰੇ ਥੱਲੇ ਛੱਡ ਕੇ ਬ੍ਰਹਿਮੰਡ ਚ ਆ ਗਏ। ਗੁਰੂ ਸਾਹਿਬ ਕਹਿੰਦੇ ਨਹੀਂ ਮਰਦਾਨਿਆ, ਹਜੇ ਕਿੱਥੇ ਆ ਗਏ, ਅਜੇ ਤੇ ਧਰਤੀ ਦੇ ਪਰਬਤਾਂ ਤੇ ਤੁਰੇ ਫਿਰਦੇ ਆ। ਬਾਬਾ ਇਹ ਰਾਹ ਕਿੰਨੀ ਕੁ ਦੂਰ ਤੱਕ ਜਾਂਦਾ ਹੈ? ਸਾਹਿਬ ਕਹਿੰਦੇ ਇਹ ਰਸਤੇ ਕਦੇ ਮੁੱਕਦੇ ਨਹੀਂ। ਤਾਂ ਹੱਸਦੇ ਸੀ ਮਹਾਰਾਜ ਵੀ ਮਰਦਾਨਿਆ ਚੰਦ ਸੂਰਜ ਤਾਰੇ ਕੋ ਥੱਲੇ ਨਹੀਂ ਰਹਿ ਗਏ, ਇੱਕ ਪਾਸੇ ਰਹਿ ਗਏ। ਕਿਉਂਕਿ ਜਦੋਂ ਆਪਾਂ ਬਹੁਤੀ ਉੱਚੇ ਪਰਬਤਾਂ ਤੇ ਚਲੇ ਜਾਈਏ, ਕਈ ਥਾਵਾਂ ਤੇ ਸੂਰਜ ਚੜ੍ਹਦਾ ਵੀ ਨਹੀਂ ਦਿਸਦਾ। ਬੜੇ ਪਹਾੜ ਐਸੇ ਆ ਜਿਨ੍ਹਾਂ ਤੇ ਤਾਰੇ ਨਹੀਂ ਦਿਸਦੇ, ਜਿਨ੍ਹਾਂ ਤੇ ਦਿਨ ਦਾ ਨਹੀਂ ਪਤਾ ਲੱਗਦਾ, ਤੇ ਕਈ ਥਾਵਾਂ ਤੇ ਸਾਡੇ ਨੈਵੀਗੇਸ਼ਨ ਵੀ ਕੰਮ ਨਹੀਂ ਕਰਦੇ ਸੈਟੇਲਾਈਟ ਤੇ। ਕਈ ਪਰਬਤ ਸ਼੍ਰਿੰਖਲਾ ਐਸੀਆਂ ਨੇ ਜਿੱਥੇ ਜਾ ਕੇ ਨਾ ਸਾਡੇ ਕੰਪਾਸ ਵੀ ਕੰਮ ਛੱਡ ਜਾਂਦੀ ਆ। ਆਪਣੇ ਫੋਨ 'ਚ ਹੁੰਦਾ ਨਾ ਕੰਪਾਸ, ਜਿਹਦੇ ਨਾਲ ਇਹ ਪਤਾ ਲੱਗਦਾ ਧਰਤੀ ਦਾ ਉੱਤਰੀ ਧਰੁਵ ਕਿੱਥੇ ਆ, ਹਰ ਇੱਕ ਮੋਬਾਈਲ 'ਚ ਹੁੰਦੀ ਹੈ। ਪਰ ਜਦੋਂ ਇੱਦਾਂ ਦੇ ਪਰਬਤਾਂ ਤੇ ਚਲੇ ਜਾਈਏ ਨਾ ਜਿੱਥੇ ਗੁਰੂਤਾ ਆਕਰਸ਼ਣ ਖਤਮ ਹੋ ਜਾਂਦਾ ਹੈ, ਉੱਥੇ ਜਾ ਕੇ ਕੰਪਾਸ ਕੰਮ ਨਹੀਂ ਕਰਦੀ। ਗੁਰੂ ਨਾਨਕ ਸਾਹਿਬ ਆਖਦੇ ਆ ਮਰਦਾਨਿਆ ਆਪਾਂ ਕੋਈ ਬਹੁਤਾ ਦੂਰ ਤੇ ਨਹੀਂ ਆਏ, ਇੱਕ ਪਾਸੇ ਆ ਗਏ ਆ। ਸੁਣ ਕੇ ਗੁਣ ਐਨ ਭਨੇ ਮੁਖ ਬੈਨ, ਰਹੋ ਪਤਰਨ ਸੋ ਨੀਚੇ ਹਮਾਰੇ। ਪਰ ਮਰਦਾਨਿਆ ਸਾਨੂੰ ਇਹ ਲੱਗਦਾ ਜਿਵੇਂ ਚੰਦਰਮਾ ਹੇਠਾਂ ਰਹਿ ਗਿਆ ਹੋਵੇ, ਕਿਉਂਕਿ ਦਿਸ਼ਾ ਜਦੋਂ ਦੂਰ ਹੋ ਜੇ, ਪਰਬਤ ਤੇ ਪਹਾੜ ਉੱਚਾ ਹੋ ਜੇ, ਚੰਦ ਸੂਰਜ ਤੇ ਤਾਰੇ ਏਦਾਂ ਲੱਗਦੇ ਆ ਜਿਵੇਂ ਬਹੁਤ ਬਹੁਤ ਥੱਲੇ ਹੋਣ। ਕਦੇ ਕਿਸੇ ਚੋਟੀ ਤੇ ਜਾਇਓ, ਚਲੋ ਜ਼ਿਆਦਾ ਦੂਰ ਦੀ ਗੱਲ ਛੱਡੋ, ਹੇਮਕੁੰਟ ਸਾਹਿਬ ਜਾ ਕੇ ਸੂਰਜ ਦੱਸਿਓ ਕਿਹੜੇ ਪਾਸੇ। ਜਦੋਂ ਵੀ ਕਦੇ ਗਏ ਤੇ ਨੋਟ ਕਰਿਓ, ਕਿਤੇ ਰਾਤ ਰਹਿਣ ਦਾ ਸੁਭਾਗ ਉੱਪਰ ਮਿਲੇ ਤੇ ਤਾਂ ਜਾ ਕੇ ਵੇਖਿਓ ਵੀ ਚੰਦਰਮਾ ਕਿੱਥੇ ਆ ਤੇ ਤਾਰੇ ਕਿੱਥੇ। ਏਦਾਂ ਮਹਿਸੂਸ ਹੁੰਦਾ ਵੀ ਚੰਦ ਤਾਰੇ ਤੇ ਬਹੁਤ ਥੱਲੇ ਰਹਿ ਗਏ। ਇਹ ਹੁੰਦਾ ਪਹਾੜਾਂ 'ਚ ਦਿਸ਼ਾ ਭਰਮ, ਕਿਉਂਕਿ ਚੰਦ ਸੂਰਜ ਅਤੇ ਤਾਰੇ ਆਪਣੀ ਆਪਣੀ ਦਿਸ਼ਾ ਵੱਲ ਹੁੰਦੇ ਆ। ਜਿਵੇਂ ਧਰੂਵ ਤਾਰਾ ਜਿਹਨੂੰ ਪੋਲ ਸਟਾਰ ਕਹਿੰਦੇ ਆ ਆਪਾਂ, ਹਮੇਸ਼ਾ ਉੱਤਰ ਦੀ ਦਿਸ਼ਾ ਵਿੱਚ ਹੀ ਹੁੰਦਾ ਹੈ, ਉਸੇ ਪਾਸੇ ਨਜ਼ਰ ਆਉਂਦਾ ਏ। ਜੁਗ ਸੂਰਜ ਚੰਦ ਪ੍ਰਕਾਸ਼ਕ ਜੀ ਜਗ, ਨੈਣ ਤਰੇ ਕਰ ਲਿਓ ਨਿਹਾਰੇ। ਗੁਰੂ ਸਾਹਿਬ ਕਹਿੰਦੇ ਵੇਖ ਮਰਦਾਨਿਆ ਚੰਦਰਮਾ ਹੇਠਾਂ ਨਜ਼ਰ ਆਉਂਦਾ ਹੈ, ਕਿਉਂਕਿ ਪਹਾੜ ਤਿਕੋਣੇ ਨੇ। ਜਦੋਂ ਪਰਬਤ ਤੇ ਪਹਾੜ ਤੇ ਕੋਈ ਵਿਅਕਤੀ ਚੜ੍ਹਦਾ ਹੈ, ਉਹਨੂੰ ਏਦਾਂ ਲੱਗਦਾ ਵੀ ਚੰਦਰਮਾ ਤੇ ਹੇਠਾਂ ਰਹਿ ਗਿਆ। ਵੈਸੇ ਵੀ ਆਪਾਂ ਕਿਸੇ ਸਮੁੰਦਰ ਦੇ ਕਿਨਾਰੇ ਤੇ ਜਾ ਕੇ ਵੇਖੀਏ, ਛਿਪਦਾ ਸੂਰਜ ਏਦਾਂ ਮਹਿਸੂਸ ਹੁੰਦਾ ਏ ਜਿਵੇਂ ਸਮੁੰਦਰ ਦੇ ਦੂਜੇ ਕਿਨਾਰੇ ਡੁੱਬ ਰਿਹਾ ਹੈ। ਇਸੇ ਕਰਕੇ ਲੋਕੀ ਕਹਿੰਦੇ ਆ ਸੂਰਜ ਡੁੱਬਦਾ ਹੈ, ਸਨਰਾਈਜ਼ ਸਨਸੈਟ, ਇਹੀ ਚੀਜ਼ਾਂ ਨੇ ਚੜ੍ਹਦਾ ਤੇ ਲੱਥਦਾ। ਮਹਿਸੂਸ ਹੁੰਦਾ ਏ ਵੀ ਸ਼ਾਇਦ ਇਹ ਸੂਰਜ ਇਧਰਲੀ ਦਿਸ਼ਾ ਤੋਂ ਕਿਤੇ ਥੱਲੇ ਜਦੋਂ ਚੜ੍ਹਦਾ ਹੈ, ਨੀਚੇ ਆ ਜਾਂਦਾ ਹੈ। ਗੁਰੂਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਨੂੰ ਬੜੀ ਵਿਆਖਿਆ ਦੇ ਨਾਲ ਸਮਝਾ ਰਹੇ ਨੇ। ਵੇਖ ਮਰਦਾਨਿਆ ਤੂੰ ਚੰਦ ਤਾਰਿਆਂ ਤੋਂ ਵੀ ਉੱਚਾ ਤੁਰਿਆ ਫਿਰਦਾ ਹੈ। ਹੁਣ ਇਹਨਾਂ ਚੀਜ਼ਾਂ ਦਾ ਮਾਣ ਕਰੀ ਫਿਰਦੇ ਸੀ ਸਿੱਧ ਵੀ ਚੰਦ ਸੂਰਜ ਥੱਲੇ ਰਹਿ ਗਏ, ਪਰ ਉਹਨਾਂ ਮੂਰਖਾਂ ਨੂੰ ਇਹ ਥੋੜਾ ਪਤਾ ਵੀ ਚੰਦ ਸੂਰਜ ਥੱਲੇ ਨੇ ਜਾਂ ਇੱਕ ਪਾਸੇ। ਬਸ ਇੱਕ ਭਰਮ ਭੁਲੇਖਾ ਮਨ ਵਿੱਚ ਪਾਲੀ ਫਿਰਦੇ ਨੇ। ਉਹਨੇ ਔਰੰਗ ਸਥਾਨ ਜੋ ਬੂਝਤ ਉਪਰ, ਹੈ ਬੋਰੂ ਰੇ ਅਨੇ
ਫਿਰ ਭਾਈ ਮਰਦਾਨਾ ਪੁੱਛਦੇ ਆ, ਬਾਬਾ ਜਿਹੜੇ ਭਗਤੀ ਵਾਲੀਆਂ ਰੂਹਾਂ ਨੇ ਅੱਗੇ ਕਿੱਥੇ ਕਿਤੇ ਕਿੰਨੀ ਕੁ ਦੂਰ ਨੇ? ਮਤਲਬ ਇੱਕ ਖਿੱਚ ਹੈ ਅੰਦਰ ਰੱਬ ਰਤੀਆਂ ਰੂਹਾਂ ਨੂੰ ਮਿਲਣ ਦੀ, ਕਿਉਂਕਿ ਭਾਈ ਮਰਦਾਨੇ ਦਾ ਟਾਰਗੇਟ ਸੀ ਧਰੂ ਤਾਰੇ ਤੇ ਜਾਣਾ, ਭਗਤ ਧਰੂ ਨੂੰ ਮਿਲਣਾ। ਪਰ ਉਹ ਅੰਦਰੋਂ ਅੰਦਰ ਦੁਖੀ ਹੁੰਦੇ ਆ ਵੀ ਆ ਸਾਧੜੇ ਜੇ ਪਿੱਛੇ ਕਿਉਂ ਲੱਗੇ ਹੋਏ ਆ, ਜਿੱਧਰ ਨੂੰ ਤੁਰਦੇ ਆ ਉਹਦੇ ਕੋਈ ਨਾ ਕੋਈ ਆ ਕੇ ਆਦੇਸ਼ ਕਹਿ ਦਿੰਦਾ। ਭਾਈ ਮਰਦਾਨਾ ਦੀ ਅੰਦਰੋਂ ਖਿੱਚ ਚੁੱਕੇ ਨੇ, ਇਸੇ ਕਰਕੇ ਬਾਰ-ਬਾਰ ਗੱਲ ਕਰਦੇ ਆ, ਬਾਬਾ ਆਪਾਂ ਕਿੰਨੀ ਕੁ ਦੂਰ ਆ ਗਏ, ਕਿੰਨਾ ਕੁ ਸਮਾਂ ਲੱਗੂਗਾ। ਹੁਣ ਕਿੰਨੇ ਕੁ ਦੁਖੀ ਨੇ, ਕਵੀ ਜੀ ਨੇ ਅੱਗੇ ਜਾ ਕੇ ਸਾਰਾ ਕੁਝ ਦੱਸ ਦੇਣਾ ਵੀ ਭਾਈ ਮਰਦਾਨਾ ਕਿੰਨਾ ਪਰੇਸ਼ਾਨ ਹੋ ਗਏ ਨਾ। ਪਰ ਸਾਹਿਬ ਜੀ ਹੱਸਦੇ ਆ, ਉਹ ਜਾਣਦੇ ਆ ਵੀ ਹੁਣ ਭਾਈ ਮਰਦਾਨਾ ਇਹਦਾ ਨਾ ਬੰਨ ਸਬਰ ਦਾ ਟੁੱਟਿਆ ਹੋਇਆ। ਕਿੰਨੇ ਦਿਨ ਹੋ ਗਏ ਇਹਨਾਂ ਪਰਬਤਾਂ ਤੇ ਬੈਠਿਆਂ ਨੂੰ, ਜਹ ਮੀਰ ਕੋ ਸਿਖਰ ਸਿੱਧ ਰਹੇ ਤੈ, ਹੈ ਸ਼ਕਤੀ ਜਿਨ ਬੀਚ ਉਦਾਰੇ। ਗੁਰੂ ਸਾਹਿਬ ਕਹਿੰਦੇ ਮਰਦਾਨੇ ਆ ਜਿਹੜੇ ਸਿੱਧ ਤੁਰੇ ਫਿਰਦੇ ਆ ਨਾ, ਇਹ ਸ਼ਕਤੀਆਂ ਕਰਕੇ ਸਵੇਰ ਦੀਆਂ ਚੋਟੀਆਂ ਤੇ ਫਿਰਦੇ ਆ। ਜਿੰਨੀ ਕਿਸੇ ਦੀ ਵੱਧ ਤਪੱਸਿਆ ਉਹਨਾਂ ਉੱਚਾ ਜਾ ਕੇ ਬਹਿ ਜਾਂਦਾ, ਕਿਉਂਕਿ ਇਹਨਾਂ ਚੋਟੀਆਂ ਤੇ ਸਾਹ ਨਹੀਂ ਆਉਂਦਾ, ਆਕਸੀਜਨ ਨਹੀਂ ਹੈ। ਬਿਨਾਂ ਸਾਹ ਤੋਂ ਹੀ ਤੁਰੇ ਫਿਰਦੇ ਆ, ਸਿੱਧ ਸਾਹਾਂ ਨੂੰ ਰੋਕ ਕੇ ਵਧਾ ਕੇ ਦਸਮ ਦੁਆਰ ਚੜਾ ਕੇ। ਮਰਦ ਕਹਿੰਦੇ ਇਹ ਆਪਣੀ ਭਗਤੀ ਦੇ ਮੁਤਾਬਕ ਹੀ ਤਪ ਕਰਦੇ ਆ, ਜਪ ਕਰਦੇ, ਕਿਉਂਕਿ ਹਿਮਾਲਿਆ ਦੀ ਜਿੰਨੀ ਸ਼੍ਰਿੰਖਲਾ ਸੀ ਉਹਦੇ ਵਿੱਚ ਜਿੱਥੇ ਦਾ ਲੱਗਦਾ ਸੀ ਸਿੱਧਾਂ ਦਾ, ਉੱਥੇ ਗੁਫਾ ਬਣਾ ਲਈ ਹੁੰਦੀ ਸੀ। ਜਿੱਥੇ ਜਿਹਨੂੰ ਰਹਿਣਾ ਪਸੰਦ ਸੀ ਉਹ ਉੱਥੇ ਵਸਦਾ ਏ। ਕਾਕ ਪਸੰਦ ਤੇ ਆਦਰ ਖੀਸਰ, ਤਾਂ ਦਰ ਸੋ ਸੁਣੀਏ ਮਰਦਾਨਾ। ਸਾਹਿਬ ਕਹਿੰਦੇ ਮਰਦਾਨਿਆ ਤੈਨੂੰ ਮਿਲਾ ਕੇ ਲੈ ਕੇ ਆਵਾਂਗੇ ਕਾਗ ਪਸੁੰਡ ਨਾਲ। ਕਾਗ ਪਸੁੰਡ ਕੌਣ ਨੇ? ਇੱਕ ਮਹਾਪੁਰਖ ਨੇ ਕਾਗ ਪਸੁੰਡ, ਜਿਨ੍ਹਾਂ ਦੀ ਕਥਾ ਆਉਣ ਵਾਲੇ ਸਮੇਂ ਵਿੱਚ ਆਏਗੀ। ਹੇਮਕੁੰਟ ਸਾਹਿਬ ਤੋਂ ਜਦੋਂ ਆਪਾਂ ਤੀਜੀ ਚੋਟੀ ਵੱਲ ਵੇਖੀਏ ਨਾ, ਜਿਹੜੀ ਸਭ ਤੋਂ ਦੂਰ ਹੈ, ਉਸ ਪਾਸੇ ਕਾਗ ਪਸੁੰਡ ਦਾ ਅਸਥਾਨ ਹੈ। ਅਜੇ ਤੱਕ ਸਾਡੀ ਕੌਮ ਹੀ ਨਹੀਂ ਪਹੁੰਚੀ ਉੱਥੇ ਤੱਕ। ਗਏ ਆਪਾਂ ਬੜੀ ਵਾਰ ਉੱਥੇ, ਜਾਂਦੀਆਂ ਸੰਗਤਾਂ ਕੀ ਭਾਵ ਜਥੇ ਜਾਂਦੇ ਆ ਜਿਹੜੇ ਚੋਟੀਆਂ ਤੇ ਨਿਸ਼ਾਨ ਸਾਹਿਬ ਚੜਾਉਂਦੇ, ਉਹਨਾਂ ਨੂੰ ਪਤਾ ਹੈ ਵੀ ਸਾਹਮਣੇ ਵਾਲੀ ਉਹ ਦਿਸ਼ਾ ਹੈ, ਉਹ ਚੋਟੀ ਹੈ ਜਿੱਥੇ ਅੱਜ ਵੀ ਬਹੁਤ ਵੱਡਾ ਜੱਡਾ ਆਪਣਾ ਦਰਬਾਰ ਸਾਹਿਬ ਆ ਨਾ, ਐਡੀ ਵੱਡੀ ਸਿਲਾ ਪੱਥਰ ਬਣਿਆ ਜਿੱਤੇ ਗੁਰੂ ਨਾਨਕ ਪਾਤਸ਼ਾਹ ਬੈਠੇ ਸੀ। ਕਾਗ ਪਸੁੰਡ ਨਾਲ ਮੁਲਾਕਾਤ ਕੀਤੀ। ਮਰਦ ਨੇ ਇਸ਼ਾਰਾ ਕੀਤਾ, ਕਹਿੰਦੇ ਮਰਦਾਨਿਆ ਇਸ ਉਨੇ ਪਰਬਤ ਤੋਂ ਉੱਚੀ ਚੋਟੀ ਤੇ ਕਾਗ ਪਸੁੰਡ ਬੈਠੇ। ਇੱਕ ਰਿਸ਼ੀ ਨੇ ਜੋ ਸਤਜੁਗ ਵੇਲੇ ਦੇ ਤਪ ਕਰਦੇ ਆ, ਇਹ ਸਾਰਾ ਆਉਣ ਵਾਲੇ ਰੂਟ ਵਿੱਚ ਗੁਰੂ ਸਾਹਿਬ ਆਉਣਗੇ। ਕਹਿੰਦੇ ਕਾਗ ਪਸੁੰਡ ਵਰਗੇ ਮਹਾਪੁਰਖ ਇੱਥੇ ਤਪੱਸਿਆ ਕਰਦੇ ਨੇ। ਧਰੂ ਪ੍ਰਹਿਲਾਦ ਵੱਡੇ ਜਨ ਦਤ, ਸੋ ਊਰਦ ਸੋਹਿਤ ਸੁੰਦਰ ਥਾਨਾ। ਭਾਈ ਭਗਤ ਧਰੂ ਤਾਰੇ ਦੇ ਰੂਪ ਵਿੱਚ ਆਪਣੀ ਪੁਰੀ ਵਿੱਚ ਬੈਠੇ ਆ। ਭਗਤ ਪ੍ਰਹਿਲਾਦ 5 ਸਾਲਾਂ ਦੇ, ਜੋ ਮੁਲਤਾਨ ਦੀ ਧਰਤੀ ਤੇ ਹੋਏ ਨੇ, ਪਾਕਿਸਤਾਨ, ਪਰ ਉਹ ਤੇ ਅਮਰ ਹੋ ਗਏ ਨਾ। ਸਾਹਿਬ ਕਹਿੰਦੇ ਉਹਨਾਂ ਦੀ ਪੁਰੀ ਅੱਗੇ ਹੈ ਦੱਤਾਤਰੇय, ਦੇਵਤਿਆਂ ਦੇ ਗੁਰੂ, ਬ੍ਰਹਮ ਗਿਆਨੀ ਹੋਏ ਨੇ। ਉਹਨਾਂ ਦੀ ਵੀ ਕਿਆ ਕਥਾ ਕਿਤੇ ਆਉਣ ਵਾਲੇ ਸਮੇਂ ਵਿੱਚ ਆਊਗੀ ਤੇ ਸਰਵਣ ਕਰਾਂਗੇ। ਦੱਤਾਤਰੇय ਆਪਣੀ ਦੁਨੀਆ ਹੈ, ਉਹਨਾਂ ਦੀ ਆਪਣੀ ਪੁਰੀ ਹੈ। ਜਿਵੇਂ ਆਪਾਂ ਸੁਣਦੇ ਨਾ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਸਨਾਤਨ ਮਤ 'ਚ ਸੁਣਦੇ ਆ ਵੀ ਇਹਨਾਂ ਦੀ ਬਹੁਤ ਵੱਡੀਆਂ ਪੁਰੀਆਂ ਨੇ, ਅਲੱਗ-ਅਲੱਗ ਦੇਸ਼ ਨੇ ਇੱਦਾਂ ਦੇ। ਇਸੇ ਤਰ੍ਹਾਂ ਭਗਤਾਂ ਦੀਆਂ ਪੁਰੀਆਂ ਨੇ, ਪਰ ਉਹ ਬ੍ਰਹਿਮੰਡ ਵਿੱਚ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਨੂੰ ਇਹਨਾਂ ਮਹਾਂਪੁਰਖਾਂ ਬਾਰੇ ਦੱਸਦੇ ਆ। ਕਹਿੰਦੇ ਦੱਤਾਤਰੇय, ਕਾਗ ਪਸੁੰਡ, ਧਰੂ ਅਤੇ ਪ੍ਰਹਿਲਾਦ ਆਪਣੀ ਨਗਰੀ ਵਿੱਚ ਵਸਦੇ ਹਨ। ਮੰਦ ਹੈ ਮੰਦ ਚਲੇ ਤੇ ਕੋ, ਮਨ ਸਿੱਧਨ ਕੇ ਬਹੁਤ ਅਬਮਾਨਾ। ਹੁਣ ਸਤਿਗੁਰੂ ਜੀ ਇੰਨੇ ਬਚਨ ਕਹਿ ਕੇ ਜਿਸ ਥਾਂ ਤੇ ਰੁਕੇ ਸੀ ਉਹ ਤੋਂ ਅੱਗੇ ਚੱਲੇ ਹੌਲੀ ਹੌਲੀ, ਪਰ ਕੋਈ ਪਿੱਛੇ ਪਿੱਛੇ ਤੁਰਿਆ। ਦੇਖਦੇ ਆ, ਨਜ਼ਰ ਨਹੀਂ ਆਉਂਦਾ। ਭਾਈ ਮਰਦਾਨੇ ਨੇ 2 ਵਾਰ ਵੇਖਿਆ ਵੀ ਪਿੱਛੋਂ ਚੱਲਣ ਦੀ ਆਵਾਜ਼ ਆਉਂਦੀ ਹੈ, ਦਿਖਦਾ ਨਹੀਂ। ਇਹ ਕੀ ਹੈ? ਸਿੱਧ ਦੀ ਕਰਾਮਾਤ ਭੰਗੜਨਾਥ। ਇਹ ਤੋਂ ਪਹਿਲਾਂ ਆਪ ਜੀ ਨੇ ਕਿੰਨੇ ਕੁਝ ਜਾਣ ਲਿਆ। ਲੋਹਾਰੀ ਪਾ ਗਿਆ, ਉਹ ਵਿਖਾ ਗਿਆ। ਮਸ਼ਿੰਦਰਨਾਥ ਆਇਆ, ਆਪਣੀ ਕਰਾਮਾਤ ਵਿਖਾ ਗਿਆ। ਹੁਣ ਭੰਗੜਨਾਥ ਦੀ ਵਾਰੀ ਹੈ। ਇਹ ਸਭ ਤੋਂ ਵੱਧ ਹੰਕਾਰਿਆ ਫਿਰਦਾ ਹੈ। ਜਦ ਕਿ ਇਹਨੇ ਵੇਖ ਲਿਆ ਮਸ਼ਿੰਦਰਨਾਥ ਖਾਲੀ ਆ ਗਿਆ, ਲੋਹਾ ਰੀਪਾ ਖਾਲੀ ਆ ਗਿਆ, ਇਹਨਾਂ ਦੇ ਪੱਲੇ ਕੱਖ ਨਹੀਂ ਪਿਆ ਬਹਿਸ ਵਿੱਚ, ਤੇ ਮੈਂ ਕੀ ਕਰੂੰਗਾ? ਪਰ ਨਹੀਂ, ਹੰਕਾਰ ਕਹਿੰਦਾ ਹੁੰਦਾ ਏ ਵੀ ਮੈਂ ਕਿਸੇ ਤੋਂ ਘੱਟ ਹਾਂ, ਮੈਨੂੰ ਕੌਣ ਰੋਕ ਸਕਦਾ ਹੈ?
ਗੁਰੂ ਨਾਨਕ ਸਾਹਿਬ ਮਹਾਰਾਜ ਚੱਲਦੇ ਚੱਲਦੇ ਕਹਿੰਦੇ ਮਰਦਾਨਿਆਂ ਜਰਾ ਹੌਲੀ ਹੋ ਜਾ, ਕਹਿੰਦੇ ਵੇਖੀ ਬਾਬਾ ਫੇਰ ਤਾਂ ਨਹੀਂ ਕੋਈ ਆ ਗਿਆ। ਮਹਾਰਾਜ ਫੇਰ ਮੁਸਕਰਾ ਪਏ ਕਿ ਭਾਈ ਮਰਦਾਨੇ ਨੂੰ ਹੁਣ ਖਿੱਚ ਚੜੀ ਪਈ ਆ ਵੀ ਹੁਣ ਤੇ ਅਸੀਂ ਕਦੋਂ ਦੇ ਧਰੂ ਤਾਰੇ ਤੇ ਪਹੁੰਚ ਜਾਂਦੇ, ਆ ਸਾਡਾ ਪਿੱਛਾ ਛੱਡਦੇ ਨਹੀਂ। ਦੇਹ ਮਿਟਾਏ ਭਲੇ ਮਗ ਪਾਏ, ਬਖਾਨਤ ਤਾਂ ਛਿਨ ਜੋਗਤ ਦਾਨਾ। ਗੁਰੂ ਨਾਨਕ ਪਾਤਸ਼ਾਹ ਆਏ ਤੇ ਨਾ ਸਿੱਧਾਂ ਦਾ ਉਧਾਰ ਕਰਨੀ ਨੇ, ਮਤ ਦੇਣ ਨੇ ਨਾ ਇਹਨਾਂ ਨੂੰ, ਕਿਉਂਕਿ ਇਹ ਹੰਕਾਰੇ ਫਿਰਦੇ ਸੀ, ਇਸ ਕਰਕੇ ਧਰਮ ਦਾ ਡਾਵਾਡੋਲ ਕੰਮ ਹੋ ਗਿਆ। ਜਦੋਂ ਧਰਮਾਂ ਦੇ ਮੁਖੀ ਹਿੱਲ ਜਾਣ, ਧਾਰਮਿਕ ਲੋਕ, ਧਾਰਮਿਕ ਪ੍ਰਚਾਰਕ ਹਿੱਲ ਜਾਣ, ਤੇ ਸੱਚੀ ਕੌਮਾਂ ਦੀਆਂ ਹਾਲਤਾਂ ਤਰਸਯੋਗ ਹੁੰਦੀਆਂ। ਜਿਵੇਂ ਅੱਜ ਕੱਲ੍ਹ ਸਿੱਖ ਕੌਮ ਦੀ ਹਾਲਤ ਤਰਸਯੋਗ ਬਣੀ ਪਈ ਹੈ ਨਾ, ਪਰ ਇਹ ਕੌਮ ਕਦੇ ਕਿਸੇ ਦੀ ਮੁਥਾਜ ਸੀ। ਜਿਸ ਅਫਗਾਨ ਨੂੰ ਅੱਜ ਤੱਕ ਅਮਰੀਕਾ ਨਹੀਂ ਜਿੱਤ ਸਕਿਆ, ਉਹਦੀਆਂ ਫੌਜਾਂ ਵੀ 21 ਸਾਲਾਂ ਬਾਅਦ ਵਾਪਸ ਮੁੜ ਗਈਆਂ। ਇਸ ਕੌਮ ਨੇ ਤੇ ਉਹਨਾਂ ਅਫਗਾਨੀਆਂ ਨੂੰ ਚਣੇ ਚੜਾਏ ਤੇ ਅੱਜ ਇਹ ਕੌਮ ਵਿਚਾਰੀ ਬਣੀ ਫਿਰਦੀ ਹੈ, ਭੀਖ ਮੰਗਦੀ ਫਿਰਦੀ। ਕਿਉਂ? ਲੀਡਰ ਮਾੜੇ ਨੇ, ਕੌਮ ਦੇ ਮੁਖੀਏ ਸਭ ਚੋਰ ਹੀ ਤੁਰੇ ਫਿਰਦੇ ਆ, ਤਾਂ ਆਹ ਹਾਲਤ ਹੈ। ਹੁਣ ਉਸ ਵੇਲੇ ਸਿੱਧ ਜਿਨ੍ਹਾਂ ਦੇ ਸਿਰ ਤੇ ਸਾਰਾ ਹਿੰਦੁਸਤਾਨ ਚੱਲਦਾ ਸੀ, ਸਿੱਧ ਸਾਰੇ ਹੰਕਾਰੀ। ਜਦ ਪਰਜਾ ਤੇ ਭੀੜ ਪਿਆ ਕਰੇ, ਪਰਬਤਾਂ 'ਚ ਬਹਿ ਜਾ ਕਰਨ ਜਾ ਕੇ, ਫਿਰ ਇਹੋ ਜਿਹੇ ਗੁਰੂ ਦਾ ਆਚਾਰ ਪਾਉਣਗੇ। ਜਦ ਚੇਲਿਆਂ ਨੂੰ ਲੋੜ ਹੋਵੇ, ਕਿਤੇ ਦੁੱਖ ਤਕਲੀਫ ਆ ਗਈ, ਤੇ ਸਿੱਧ ਲੱਭਦੇ ਨਹੀਂ ਸੀ 6 ਮਹੀਨੇ। ਜਿਵੇਂ ਅੱਜ ਕੱਲ੍ਹ ਦੇ ਸਾਡੇ ਲੀਡਰ ਨੇ, ਸਾਨੂੰ ਲੜੂ ਕੇ ਆਪ ਕੈਲੀਫੋਰਨੀਆ ਫਿਰਦੇ ਹੁੰਦੇ 6 ਮਹੀਨੇ 3 ਮਹੀਨੇ। ਕੋਈ ਕਿਤੇ ਛੁੱਟੀਆਂ ਕੱਟਦਾ, ਕੋਈ ਕਿਤੇ ਅਸੀਂ ਇੱਥੇ ਡਾਂਗੋ ਡਾਂਗੀ ਹੋਏ ਫਿਰਦੇ ਇੱਕ ਦੂਜੇ ਨਾਲ, ਸਾਡੀ ਆਹ ਪਾਰਟੀ ਤੇਰੀ ਉਹ ਪਾਰਟੀ। ਉਹਨਾਂ ਨੂੰ ਪੁੱਛੋ, ਕਦੇ ਕਿਸੇ ਲੀਡਰ ਦਾ ਬੱਚਾ ਤੁਹਾਡੇ ਨਾਲ ਕੰਮ ਕਰਦਾ ਹੈ? ਸਭ ਵਿਦੇਸ਼ਾਂ 'ਚ ਆਪਣੇ ਪਰਿਵਾਰ ਸੈੱਟ ਕੀਤੇ ਹੋਏ ਆ, ਜ਼ਮੀਨਾਂ ਨੇ, ਸਭ ਕੁਛ ਉਹਨਾਂ ਕੋਲੇ, ਤੇ ਡਾਂਗੋ ਡਾਂਗੀ ਸਾਨੂੰ ਕੀਤਾ ਹੋਇਆ ਇੱਥੇ। ਕਿਉਂ? ਕਿਉਂਕਿ ਅਸੀਂ ਮੂਰਖ ਲੋਕ ਹਾਂ, ਸਾਡੀ ਅਕਲ ਦਾ ਜਨਾਜ਼ਾ ਇੰਨਾ ਕੀ ਹੈ। ਹੁਣ ਇਹ ਸਿੱਧ ਲੋਕ ਇੰਨੇ ਚਲਾਕ ਸੀ, ਲੋਕਾਂ ਨੂੰ ਉਲਝਾ ਕੇ ਵਹਿਮਾਂ ਭਰਮਾਂ 'ਚ ਪਾ ਕੇ ਕਹਿੰਦੇ ਸਾਡੇ ਮੱਠ ਦੀ ਪੂਜਾ ਕਰੋ। ਲੋਕ ਉਹਨਾਂ ਦੇ ਮੱਠ ਦੀ ਪੂਜਾ ਕਰੀ ਜਾਂਦੇ, ਆਪ ਆ ਕੇ ਇੱਥੇ ਸੁੱਤੇ ਪਏ ਰਹਿੰਦੇ ਆ। ਕੋਈ ਭਗਤੀ 'ਚ ਬੈਠਾ, ਪਰਚਾ ਦੁਖੀ ਸੀ। ਤੇ ਜਗਤ ਗੁਰੂ ਨਾਨਕ ਸਾਹਿਬ ਸਿੱਧਾਂ ਕੋਲ ਕਿਉਂ ਗਏ? ਇਹਦਾ ਇਹ ਸਵਾਲ ਦਾ ਜਵਾਬ ਹੈ। ਕੱਲ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਸਿੱਧਾਂ ਦੀ ਕਥਾ ਸੁਣੀ, ਗੁਰੂ ਸਾਹਿਬ ਕਿਉਂ ਗਏ? ਸਿੱਧਾਂ ਨੂੰ ਸਿੱਧੇ ਰਾਹ ਪਾਉਣ ਗਏ। ਨਾਮ ਸਿੱਧ ਹੈ ਪਰ ਸਿੱਧੇ ਨਹੀਂ, ਹੰਕਾਰ ਦੇ ਵਲਵੇ ਉਹਨਾਂ ਵਿੱਚ ਬੜੇ ਹਨ। ਕਬਿਤ ਭੰਗਰ ਸੋ ਆਏ, ਮੁਖ ਬਚਨ ਅਲਾਏ, ਮਾਈ ਮੁੰਡੇ ਕਹਾਂ ਜਾਏ, ਤੋਹੇ ਕੰਮ ਤਾਂ ਨਾ ਜਾਣ ਕੋ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਰੁਕੇ ਨਾ, ਇੱਕਦਮ ਭੰਗੜਨਾਥ ਪਿੱਛੋਂ ਆਇਆ, ਕਹਿੰਦਾ ਹੇ ਮਾਈ ਮੁੰਡੇ ਕਿੱਧਰ ਚੱਲੇ? ਮਾਈ ਮੁੰਡੇ ਦਾ ਭਾਵ ਕੀ ਹੈ? ਜਿਸ ਦੀ ਮਾਤਾ ਦਾ ਸਿਰ ਮੁੰਡਨ ਕੀਤਾ ਹੋਵੇ, ਸਿੱਧਾਂ ਦੀ ਬੋਲੀ ਹੈ। ਉਹ ਹਰੇਕ ਨੂੰ ਕਹਿੰਦੇ ਆ ਜਿਹੜਾ ਆਪਣੇ ਪੰਜਾਬ 'ਚ ਇੱਕ ਸ਼ਬਦ ਵਰਤਦੇ ਆ, ਮੁੰਡਾ। ਕਦੇ ਪੰਜ ਪਿਆਰਿਆਂ ਕੋਲ ਜਾ ਕੇ ਮੁੰਡਾ ਸ਼ਬਦ ਵਰਤੇ, ਉਹ ਥੱਪੜ ਮਾਰਦੇ ਆ ਮੂੰਹ ਤੇ, ਕਹਿੰਦੇ ਬੋਲਦਾ ਕੀ ਹੋ? ਭਾਵ ਕੀ ਹੈ? ਮੁੰਡਾ ਕਿਹਨੂੰ ਕਹਿੰਦੇ ਆ? ਜਿਹਨੇ ਸਿਰ ਦਾ ਮੁੰਡਨ ਕੀਤਾ ਹੋਵੇ। ਬਾਣੀ ਦਾ ਬਚਨ ਹੈ, ਮੁੰਡਾ ਮੂੜ ਅਜਾਏ। ਜਿਹਨੇ ਆਪਣਾ ਸਿਰ ਮੂੰਹ ਮੁੰਨ ਲਿਆ ਹੋਵੇ, ਉਹਨੂੰ ਮੁੰਡਾ ਕਹਿੰਦੇ ਆ, ਉਹਨੂੰ ਮੁੰਡਾ ਆਖਦੇ ਆ। ਭਗਤਾਂ ਦੀ ਬਾਣੀ ਪੜ੍ਹ ਲਓ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਉਸ ਗੁਰੂ ਦੀ ਮਾਂ ਦਾ ਮੈਂ ਸਿਰ ਮੁੰਨ ਦਿਆਂ, ਜਿਹੜਾ ਗੁਰੂ ਕਿਸੇ ਦਾ ਭਰਮ ਦੂਰ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਉਹ ਮੁੰਡਿਓ ਕਿੱਧਰ ਤੁਰੇ ਫਿਰਦੇ? ਜਿਹੜੇ ਅਸਲੀ ਸਤਪੁਰਸ਼ ਨੇ, ਬੰਦਗੀ ਵਾਲੇ ਸੰਤ ਮਹਾਂਪੁਰਖ ਨੇ, ਉਹ ਸਾਰੀ ਜ਼ਿੰਦਗੀ ਆਪਣੀ ਰਸਨਾ ਤੋਂ ਕਿਸੇ ਬੱਚੇ ਨੂੰ ਮੁੰਡਾ ਨਹੀਂ ਕਹਿੰਦੇ। ਤੇ ਸਾਡੇ ਵਾਲੇ ਤੇ ਭੱਬੂਏ ਤੁਰੇ ਫਿਰਦੇ, ਬਾਬਾ ਜੀ ਮੁੰਡਾ ਦੇ ਦਿਓ ਜੀ, ਅਰਦਾਸ ਕਰ ਦਿਓ ਜੀ। ਅੱਗੇ ਬਾਬਾ ਵੀ ਕਹਿ ਦਿੰਦਾ ਤੇਰੇ ਘਰ ਮੁੰਡਾ ਹੋ। ਹੈ ਕੀ ਆ ਮੁੰਡਾ? ਕਿਹੜੀ ਭਾਸ਼ਾ ਦਾ ਸ਼ਬਦ ਆ ਇਹ? ਬੱਚਾ ਕਿਹਾ ਜਾ ਸਕਦਾ ਹੈ। ਜਿੱਦਾਂ ਭਗਤਾਂ ਨੇ ਲੜਕਾ ਸ਼ਬਦ ਵਰਤਿਆ ਨਾ, ਕੋਹੇ ਲੜਕਾ ਵੇਚਈ ਲੜਕੀ ਵੇਚੈ ਕੋਈ। ਮੁੰਡਾ ਸ਼ਬਦ ਤੇ ਗੁਰਮਤਿ ਦਾ ਹੈ ਹੀ ਨਹੀਂ। ਹੁਣ ਸਤਿਗੁਰਾਂ ਨੂੰ ਆ ਕੇ ਕਹਿੰਦੇ ਇਹ ਮਾਈ ਮੁੰਡੇ ਕਿੱਥੇ ਤੁਰੇ ਫਿਰਦੇ? ਭਾਵ ਮਾਂ ਦੇ ਪੁੱਤਰੋ ਤੁਸੀਂ ਸਿਰ ਮਨਾਈ ਫਿਰਦੇ ਹੋ। ਭਾਤੇ ਹੀ ਹੈ ਨਾ। ਕਿਉਂ ਕਹਿੰਦੇ ਆ ਜੀ ਮਾਈ ਮੁੰਡਾ? ਕਿਉਂਕਿ ਬੱਚੇ ਦੀ ਸਭ ਤੋਂ ਪਹਿਲੀ ਜਿਹੜੀ ਮਾਂ ਹੈ ਨਾ, ਬੱਚੇ ਦੀ ਮਾਂ ਪਹਿਲਾ ਟੀਚਰ ਹੈ। ਬੱਚੇ ਦੀ ਪਰਵਰਿਸ਼ ਦੱਸਦੀ ਹੈ, ਉਹਦੀ ਬੋਲਬਾਣੀ ਦੱਸਦੀ ਹੈ ਵੀ ਇਹਦੀ ਮਾਂ ਕਿਹੋ ਜਿਹੀ ਹੋਣੀ। ਸਾਰਾ ਪ੍ਰਭਾਵ ਬੱਚੇ ਤੇ ਮਾਂ ਦਾ ਹੁੰਦਾ। ਜੇ ਬੱਚਾ ਬੇਈਮਾਨ ਹੈ, ਠੱਗੀ ਠੋਰੀ ਕਰਦਾ ਹੈ, ਪੈਰ ਪੈਰ ਤੇ ਝੂਠ ਬੋਲਦਾ ਹੈ,
ਲੋਕੀ ਕਹਿੰਦੇ ਇਹਦੀ ਮਾਤਾ ਦਾ ਮੁੱਖ ਵੇਖਣਾ ਭਾਈ, ਦੱਸ ਦਿਆਂਗੇ ਵੀ ਮਾਂ ਤੇ ਹੀ ਗਿਆ ਹੋਇਆ। ਕਈ ਵਾਰ ਆਦਤਾਂ ਪਿਤਾ ਦੇ ਵੀ ਹੁੰਦੀਆਂ, ਪਰ ਜ਼ਿਆਦਾਤਰ ਗੁਰਬਾਣੀ ਤੋਂ ਲੈ ਕੇ ਹਰ ਧਾਰਮਿਕ ਬਿਰਤੀ ਨੇ ਮਾਂ ਨੂੰ ਦੋਸ਼ੀ ਮੰਨਿਆ ਜੇ ਧੀ ਪੁੱਤ ਮਾੜਾ ਹੁੰਦਾ। ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਪਿਓ ਤੇ ਸਾਰਾ ਦਿਨ ਘਰ ਨਹੀਂ ਰਹਿੰਦਾ। ਤਕਰੀਬਨ ਬੱਚਾ ਜਨਮ ਤੋਂ ਲੈ ਕੇ, ਗੋਦ ਤੋਂ ਲੈ ਕੇ ਘਰ ਵਿੱਚ ਮਾਂ ਦੇ ਨੇੜੇ ਹੈ, ਤੇ ਜੋ ਮਾਂ ਨੇ ਸਿਖਾਉਣਾ ਉਹਨੇ ਉਹੀ ਕਰਨਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਓਏ ਮੁੰਡਿਓ, ਮਾਈ ਮੁੰਡਾ ਕਿੱਥੇ ਤੁਰੇ ਫਿਰਦੇ ਹੋ, ਅੱਗੇ ਕਿੱਥੇ ਜਾ ਰਹੇ ਹੋ? ਇਹ ਸ਼ਬਦ ਪਤਾ ਕਿਹੜਾ ਹੈ? ਹੰਕਾਰ ਦਾ ਸ਼ਬਦ। ਸਾਧੂ ਨਿਮਰਤਾ ਵਾਲੇ ਹੁੰਦੇ, ਇਸ ਕਰਕੇ ਕਿਸੇ ਨੂੰ ਮੁੰਡਾ ਨਹੀਂ ਕਹਿੰਦੇ, ਪੁੱਤਰ ਕਹਿੰਦੇ ਆ, ਬੱਚਾ ਕਹਿੰਦੇ ਆ, ਬੇਟਾ ਕਹਿ ਦਿੰਦੇ ਆ। ਹੁਣ ਇਹਨੇ ਸਤਿਗੁਰਾਂ ਨੂੰ ਮੁੰਡਾ ਕਿਹਾ। ਦੇਖੋ, ਇਹ ਤੋਂ ਪਹਿਲਾਂ ਸਿੱਧ ਆਇਆ, ਨੋਟ ਕਰਿਓ। ਉਹ ਮਰਦ ਨੂੰ ਕੀ ਕਹਿੰਦੇ ਸੀ? ਹੇ ਬਾਲਕੋ। ਬਾਲਕ ਸ਼ਬਦ ਮਤਲਬ ਬਾਲਕ ਕਿਉਂ ਕਿਹਾ ਜਾਂਦਾ ਹੈ? ਬਾਲਕ ਸ਼ਬਦ ਕੋਈ ਗੁੱਸੇ ਵਾਲਾ ਥੋੜੀ ਹੈ। ਬਾਲਕ ਦਾ ਅਰਥ ਹੁੰਦਾ ਹੈ ਮਾਸੂਮੀਅਤ, ਭੋਲੇ ਭਾਲੇ। ਆ ਬਾਲਕ ਨੇ, ਛੋਟੇ ਛੋਟੇ ਬੱਚੇ ਨੇ, ਮਾਸੂਮ ਹੁੰਦੇ ਆ, ਇਹਨਾਂ ਕੋਲ ਕਿਹੜੀ ਚਲਾਕੀ ਹੈ। ਪਰ ਜਦੋਂ ਕੋਈ ਮੁੰਡਾ ਬਣ ਜਾਂਦਾ ਹੈ, ਜਿਹਨੂੰ ਮੁੰਡਾ ਕਹਿੰਦੇ ਆ ਆਪਾਂ, ਉਹ ਹੁੰਦਾ ਚਲਾਕ, ਸ਼ਾਤਰ, ਸ਼ੈਤਾਨ। ਇਹ ਮੁੰਡੇ ਦੇ ਅਰਥ ਨੇ। ਹੁਣ ਸੋਚ ਲਓ ਵੀ ਮੁੰਡਾ ਕਿਹਨੂੰ ਕਹਿੰਦਾ? ਸਤਿਗੁਰਾਂ ਨੂੰ ਕਹਿੰਦਾ, ਮੁੰਡਿਓ ਰੁਕੋ, ਮਾਈ ਮੁੰਡਾ। ਗੁਰੂ ਸਾਹਿਬ ਖੜ ਗਏ, ਆ ਗਿਆ ਭੱਜ ਕੇ ਸਾਹਮਣੇ, ਕਹਿੰਦਾ ਅੱਗੇ ਕਿੱਥੇ ਚੱਲੇ ਹੋ? ਕਿਉਂਕਿ ਸਤਿਗੁਰ ਜਿਹੜੇ ਰਾਹ ਜਾ ਰਹੇ ਹਨ, ਉਸ ਰਾਹ ਤੇ ਅੱਜ ਤੱਕ ਕੋਈ ਨਹੀਂ ਗਿਆ। ਭਾਈ ਮਰਦਾਨਾ ਜੀ ਨੇ ਪਿੱਛੇ ਮੁੜ ਵੇਖਿਆ, ਕਹਿੰਦੇ ਸਿਰੇ ਉੱਤੇ ਬਹੁਤ ਵੱਡੀਆਂ ਜਟਾਵਾਂ ਨੇ, ਵੱਡਾ ਜੂੜਾ ਕੀਤਾ ਏ। ਆਗੇ ਦੁਖ ਜਾਏ ਜਿਹੇ ਪ੍ਰਾਣ ਕੋ ਗਵਾਏ। ਅੱਗੇ ਚੱਲੇ ਹੋ, ਦੁੱਖ ਪਾਓਗੇ, ਪ੍ਰਾਣ ਗਵਾ ਲੋਗੇ। ਅੰਤਾਂ ਦੀ ਬਰਫ਼ ਪੈਂਦੀ ਆ, ਰਾਹ ਕੋਈ ਨਹੀਂ, ਪਗਡੰਡੀ ਕੋਈ ਨਹੀਂ। ਮੈਂ ਕਹਿਣਾ ਪਿੱਛੇ ਮੁੜ ਜਾਓ। ਭੰਗਣ ਦਾ ਤਾਂਬੇ ਮਾਰ ਮਾਰ ਕੇ ਬੋਲੇ ਜੀ, ਜਿਵੇਂ ਕੋਈ ਨਾ ਬੱਚਾ ਕਿਸੇ ਦੀ ਕੰਧ ਟੱਪ ਕੇ ਕੋਈ ਫਲ ਤੋੜਨ ਆਏ ਤੇ ਕੋਈ ਡਾਂਗ ਚੁੱਕ ਕੇ ਕੋਈ ਬੋਲੇ ਚੱਲ ਓਏ ਬਾਹਰ, ਏਦਾਂ ਰੋਹ ਮਾਰੇ ਮਰ ਦਿੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਸ਼ਾਂਤ ਖੜੇ ਆ, ਉਸੇ ਥਾਂ ਤੇ ਰੁਕ ਗਏ, ਹੱਥ 'ਚ ਸੋਟਾ ਫੜਿਆ, ਮਾਰਿਆ ਨਹੀਂ। ਜੇ ਚਾਹੁੰਦੇ ਤੇ ਲੱਤਾਂ ਭੰਨ ਦਿੰਦੇ। ਜਿਸ ਹਿਸਾਬ ਦੇ ਨਾਲ ਜੋ ਉਹਨੇ ਬੋਲਿਆ, ਕਿਸੇ ਨੂੰ ਮੁੰਡਾ ਕਹਿ ਦੇਣਾ ਨਾ, ਮਾਫ ਕਰਿਓ, ਗਾਲ ਕੱਢਣ ਦੇ ਬਰਾਬਰ ਹੈ। ਕਦੇ ਧਾਰਮਿਕ ਗ੍ਰੰਥ ਪੜ੍ਹਿਓ, ਆਪਾਂ ਹਿੰਦੁਸਤਾਨ 'ਚ ਰਹਿੰਦੇ ਆ, ਸਾਨੂੰ ਤੇ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਕਿਸੇ ਨੂੰ ਮਾਂ ਭੈਣ ਦੀ ਗਾਲ ਕੱਢ ਦਿਓ ਤੇ ਮੁੰਡਾ ਕਹਿ ਦਿਓ, ਗੱਲ ਬਰਾਬਰ ਹੀ ਹੈ। ਅੱਗੇ ਆ ਕੇ ਸੁਣ ਲਿਓ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਚੁੱਪ ਚਪੀਤੇ ਖੜੇ, ਵੇਖੀ ਜਾਣ ਸਿੱਧ ਵੱਲ। ਉਹ ਆਖੇ ਬਾਰ-ਬਾਰ ਮਾਈ ਮੁੰਡਾ, ਮਾਈ ਮੁੰਡਾ। ਮਤਲਬ ਵੀ ਤੁਹਾਡੀ ਮਾਤਾ ਨੇ ਤੁਹਾਨੂੰ ਇਹ ਨਹੀਂ ਸਮਝਾਇਆ ਵੀ ਤੁਸੀਂ ਤੁਰੇ ਕਿੱਥੇ ਜਾਂਦੇ ਹੋ, ਸਿੱਧਾਂ ਵਾਲੇ ਬਣੋ। ਕਿਉਂਕਿ ਉਸ ਵੇਲੇ ਦੀਆਂ ਜਿੰਨੀਆਂ ਮਾਵਾਂ ਸੀ, ਉਸ ਵਕਤ ਦੀਆਂ, ਉਹ ਕਹਿੰਦੀਆਂ ਸੀ, ਪੁੱਤ ਗੋਰਖਨਾਥ ਦੀ ਜੈ ਕਹਿ, ਮਸ਼ਿੰਦਰਨਾਥ ਦੀ ਜੈ ਕਹਿ। ਸੁਭਾਵਿਕ ਸੀ ਜੀ ਇਹ। ਤੇ ਇਸ ਭਾਰਤ ਦੇਸ਼ ਦੇ ਵਿੱਚ ਸਿੱਧਾਂ ਦਾ ਰਾਜ ਆ, ਲੋਕੀ ਸਿੱਧਾਂ ਨੂੰ ਮੱਥੇ ਟੇਕਦੇ ਸੀ, ਸਿੱਧ ਮੰਡਲੀਆਂ ਹੁੰਦੀਆਂ ਸੀ ਨਗਰਾਂ 'ਚ, ਤੇ ਲੋਕ ਇਹਨਾਂ ਨਾਥਾਂ ਨੂੰ ਰੱਬ ਮੰਨਦੇ ਸੀ, ਤੇ ਗੋਰਖ ਗੋਰਖ ਸਾਰਾ ਜ਼ਮਾਨਾ ਜਪਦਾ ਸੀ। ਆ ਉੱਤਰ ਪ੍ਰਦੇਸ਼ ਜਿਹਨੂੰ ਆਪਾਂ ਯੂਪੀ ਕਹਿੰਦੇ ਆ, ਅੱਜ ਨਾਨਕ ਮਤਾ ਜਿੱਥੇ ਬਣਿਆ, ਇਹ ਤੇ ਗੋਰਖ ਦਾ ਸਥਾਨ ਸੀ ਬਹੁਤ ਵੱਡਾ। ਮੇਲੇ ਲੱਗਦੇ ਸੀ ਗੋਰਖ ਦੇ, ਦੁਨੀਆ ਆਉਂਦੀ ਸੀ, ਭੱਜੀ ਆਉਂਦੀ ਸੀ, ਗੋਰਖ ਨੂੰ ਨਮਸਕਾਰਾਂ ਕਰਦੀ ਸੀ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੂੰ ਕਹਿੰਦਾ, ਮਾਈ ਮੁੰਡਾ ਨਾ ਜਾਓ, ਮੇਰੀ ਮੰਨੋ, ਇੱਥੇ ਹੀ ਰੁਕ ਜਾਓ। ਕੋ ਸਕੇ ਨਾ ਬਚਾਏ, ਹੱਥ ਕੀਜੈ ਨਹਿਮਾਨ ਕੋ। ਗੱਲ ਮੰਨ ਲਓ ਮੇਰੀ, ਹੱਥ ਨਾ ਕਰੋ, ਤੁਹਾਨੂੰ ਮੇਰੇ ਤੋਂ ਕਿਸੇ ਨੇ ਨਹੀਂ ਬਚਾਉਣਾ। ਇਹ ਨਹੀਂ ਉਹਨੇ ਕਿਹਾ ਵੀ ਕਿਸੇ ਤੁਹਾਨੂੰ ਆਫਤ ਤੋਂ ਨਹੀਂ ਬਚਾਉਣਾ, ਕਿਸੇ ਨੇ ਕੁਦਰਤ ਤੋਂ ਨਹੀਂ ਬਚਾਉਣਾ, ਦੁੱਖ ਤੋਂ ਨਹੀਂ ਬਚਾਉਣਾ। ਹਉਮੈ ਦਾ ਭਰਿਆ ਭੰਗਣਨਾਥ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਮੈਥੋਂ ਬੁਰਾ ਕੋਈ, ਇਹ ਹਉਮੈ ਦੀ ਨਿਸ਼ਾਨੀ। ਮੇਰੇ ਤੋਂ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਜੇ ਤੁਸੀਂ ਹੱਥ ਕਰੋਗੇ। ਆਗੇ ਚਲਵੇਗੀ ਚਾਹੇ, ਗੋਰਖ ਕੋ ਗੁਰੂ ਕਰੋ। ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਤੇ ਗੋਰਖਨਾਥ ਨੂੰ ਗੁਰੂ ਕਹਿ ਦਿਓ। ਮੰਨੋ ਜਿਤਾਖੋ ਜੈ ਗੁਰੂ ਗੋਰਖ। ਭੰਗਣਨਾਥ ਮਰਦ ਨੂੰ ਕਹਿੰਦਾ। ਮਰਦ ਬਹੁਤ ਹੱਸੇ। ਜਦੋਂ ਜਿਉਂ-ਜਿਉਂ ਸਤਿਗੁਰੂ ਹੱਸਦੇ ਆ, ਤਿਉਂ-ਤਿਉਂ ਉਹਨੂੰ ਗੁੱਸਾ ਚੜ੍ਹਦਾ ਹੈ ਭੰਗਣਨਾਥ ਨੂੰ, ਵੀ ਇਹ ਮੇਰੀਆਂ ਗੱਲਾਂ ਨੂੰ ਮਜ਼ਾਕ ਚ ਲੈਂਦੇ ਆ। ਬੜਾ ਰੰਗਲਾ ਸੁਭਾਅ ਗੁਰੂ ਨਾਨਕ ਸਾਹਿਬ ਜੀ ਦਾ, ਬਹੁਤ। ਪਰ ਉਹ ਹੰਕਾਰੀ ਬੰਦੇ ਸਾਹਮਣੇ ਤੁਸੀਂ ਉਹਦੀ ਗੱਲ ਸੁਣਦੇ ਹੱਸੋਗੇ ਨਾ, ਉਹ ਸੜ ਜੂਗਾ ਵੀ ਲੈ ਮਖੌਲ ਸਮਝਦਾ ਮੈਨੂੰ, ਟਿੱਚ ਜਾਣਦਾ ਮੈਨੂੰ। ਗੁਰੂ ਸਾਹਿਬ ਨੇ ਕੋਈ ਸ਼ਬਦ ਨਹੀਂ ਆਖਿਆ, ਸਿਰਫ ਮੁਸਕਰਾਏ ਨੇ। ਭੰਗਣਨਾਥ ਕਹਿੰਦਾ, ਮੇਰੇ ਗੁਰੂ ਨੂੰ ਆਪਣਾ ਗੁਰੂ ਮੰਨੋ, ਗੋਰਖ ਦੀ ਜੈ ਆਖੋ।
ਸੇਵਕ ਹੈ ਜਾਕੇ ਬੋਹ ਦੇਤ ਮਨ ਗਿਆਨ ਕੋ। ਕਹਿੰਦਾ ਮੇਰਾ ਗੁਰੂ ਲੋਕਾਂ ਨੂੰ ਗਿਆਨ ਵੰਡਦਾ ਹੈ, ਸੇਵਕ ਬਣ ਜਾਓ ਉਹਦੇ, ਤੁਹਾਨੂੰ ਗਿਆਨ ਦੇਗਾ ਗੁਰੂ ਗੋਰਖ। ਪਰ ਇਹ ਮੂਰਖ ਭੁੱਲ ਗਿਆ ਵੀ ਪਹਿਲੀ ਸਰਵਿਸ ਗੋਰਖੀ ਕਰਾ ਕੇ ਗਿਆ। ਸਤਿਨਾਮ। ਉਹ ਨਹੀਂ ਇੱਧਰ ਨੂੰ ਆਉਂਦਾ ਮੁੜ ਕੇ। ਆਇਆ ਸੀ ਮਰਦ ਨੂੰ, ਕਹਿੰਦਾ ਮੈਨੂੰ ਗੁਰੂ ਕਹਿ। ਸਤਿਗੁਰ ਕਹਿੰਦੇ ਉਹ ਚਲਿਆ ਜਾ, ਹੰਕਾਰ ਦਾ ਭਰਿਆ ਫਿਰਦਾ, ਤੇਰੇ ਕੋਲ ਪੱਲੇ ਤੇ ਕੁਝ ਹੈ ਨਹੀਂ, ਤੂੰ ਆਪਣੇ ਚੇਲਿਆਂ ਨੂੰ ਕੀ ਸਿਖਾਏਂਗਾ, ਤੂੰ ਤੇ ਹਉਮੈ ਦਾ ਭਰੇ। ਭੱਜ ਗਿਆ ਸੀ ਉਦੋਂ ਜਦੋਂ ਸੇਲਾ ਉਡਾਉਣ ਆਇਆ। ਪਰ ਭੰਗੜ ਨਾਥ ਕਹਿੰਦਾ ਤੁਸੀਂ ਮੇਰੇ ਗੁਰੂ ਬਾਰੇ ਜਾਣਦੇ ਹੀ ਨਹੀਂ। 84 ਦੇ 84 ਸਿੱਧ ਸਦਾ ਉਹਨਾਂ ਦੇ ਨਾਲ ਰਹਿੰਦੇ ਨੇ। ਪਾਛੇ ਹਟ ਜਾਈਏ ਨਾ ਤੋਂ ਗੁਰੂ ਕਰ ਲਈਏ ਅਬ। ਸਤਿਗੁਰਾਂ ਦੇ ਸਾਹਮਣੇ ਉਹਨੇ ਲਕੀਰ ਖਿੱਚਦੀ ਬਰਫ਼ ਤੇ। ਕਹਿੰਦਾ ਇਸ ਲਕੀਰ ਤੋਂ ਜਾਂ ਪਿੱਛੇ ਹਟ ਜਾਓ, ਜੇ ਅੱਗੇ ਆਉਣਾ ਤੇ ਗੁਰੂ ਗੋਰਖ ਆਖੋ। ਮਤਲਬ ਆਪਣੇ ਵੱਲੋਂ ਨੇ ਇੱਕ ਮੁਸੀਬਤ ਬਣਾਤੀ ਵੀ ਜੇ ਇੱਧਰ ਟੱਪੋਗੇ ਤੇ ਸਿੱਧਾਂ ਵਾਲੇ ਪਾਸੇ ਆਓਗੇ, ਪਿੱਛੇ ਮੁੜੋਗੇ ਤੇ ਅਸੀਂ ਆਖਾਂਗੇ ਬਾਬਾ ਨਾਨਕ ਹਾਰ ਗਿਆ। ਚਲਾਕ ਕਹਿੰਦਾ ਜੇ ਕਹਿਣਗੇ ਅਸੀਂ ਗੋਰਖ ਨੂੰ ਗੁਰੂ ਨਹੀਂ ਮੰਨਦੇ, ਚੱਲ ਪਿੱਛੇ ਮੁੜ ਜਾਂਦੇ ਆ, ਕਿਸੇ ਹੋਰ ਪਾਸੇ ਚਲੇ ਜਾਂਦੇ ਆ, ਤੇ ਫਿਰ ਸਿੱਧ ਮੰਡਲੀ ਜਾ ਕੇ ਕਹਿ ਦਿਆਂਗੇ ਵੀ ਗੁਰੂ ਨਾਨਕ ਸਾਹਿਬ ਸਾਡੇ ਤੋਂ ਹਾਰ ਗਏ, ਮੈਂ ਉਹਨਾਂ ਨੂੰ ਜਿੱਤ ਲਿਆ ਏ। ਦੋ ਮੈਂ ਏਕ ਕਹੀਏ ਜੋ ਤੂੰ ਚਾਹੇ ਨਿਜ ਪ੍ਰਾਣ ਕੋ। ਗੁਰੂ ਸਾਹਿਬ ਨੇ ਜਦੋਂ ਜਵਾਬ ਨਾ ਦਿੱਤਾ, ਥੋੜੀ ਦੇਰ ਬਾਅਦ ਫਿਰ ਬੋਲਿਆ, ਕਹਿੰਦਾ ਜੇ ਪ੍ਰਾਣ ਬਚਾਉਣੇ ਚਾਹੁੰਦੇ ਹੋ ਦੋਨਾਂ ਚੋਂ ਇੱਕ ਰਹਿ ਦਿਓ, ਅੱਗੇ ਆਉਣਾ ਹੈ ਜਾਂ ਪਿੱਛੇ ਜਾਣਾ। ਦੇਖੋ ਚਲਾਕ ਕਿੰਨਾ ਹੈ, ਲੜਿਆ ਨਹੀਂ ਆ ਕੇ, ਕੋਈ ਮੰਦੀ ਚੰਗੀ ਗੱਲ ਨਹੀਂ ਆਖੀ, ਦਾਬਾ ਜਾ ਮਾਰ ਕੇ ਕਹਿੰਦਾ ਲਕੀਰ ਟੱਪ ਜਾਓ, ਜਾਂ ਅੱਗੇ ਚਲੇ ਜਾਓ ਜਾਂ ਪਿੱਛੇ ਚਲੇ ਜਾਓ, ਵੀ ਦੋਨਾਂ ਦੇ ਵਿੱਚ ਹੀ ਆਪਣਾ ਲਾਭ ਹੋਵੇਗਾ। ਮਨਸਾ ਹੈ ਮਾਈ ਤਾਂ ਕੋ ਮੂੜ ਹੈ ਮੁੰਡਾਈ। ਗੁਰੂ ਨਾਨਕ ਸਾਹਿਬ ਨੇ ਫਿਰ ਪਤਾ ਕੀ ਜਵਾਬ ਦਿੱਤਾ? ਮਰਦ ਕਹਿੰਦੇ ਤੇਰੀ ਮਾਂ ਦਾ ਸਿਰ ਮੁੰਨਿਆ। ਗੁਰੂ ਨਾਨਕ ਸਾਹਿਬ ਕਹਿੰਦੇ ਓਏ ਉਹ ਸੜ ਗਿਆ ਵੀ ਮੇਰੀ ਮਾਂ ਨੂੰ ਬੋਲਿਆ ਹੀ। ਹੁਣ ਮਾਂ ਨੂੰ ਬੋਲਣਾ ਸਮਝਦੇ ਹੋ ਨਾ, ਮਾਂ ਨੂੰ ਗਾਲ ਜਾਂਦੀ ਹੈ, ਇੱਕ ਸੁਭਾਵਿਕ ਗੱਲ ਹੈ। ਇਹਨੇ ਮਰਦ ਨੂੰ ਆ ਕੇ ਕਿਹਾ, ਕਹਿੰਦਾ ਮਾਈ ਮੁੰਡਾ। ਗੁਰੂ ਸਾਹਿਬ ਕਹਿੰਦੇ ਉਹ ਤੇਰੀ ਮਾਂ ਦਾ ਸਿਰ ਮੁੰਨਿਆ ਹੋਇਆ, ਅੱਗੋਂ ਤੇਰੀ ਮਾਂ ਦੀ ਮਾਂ ਦਾ ਸਿਰ ਵੀ ਮੁੰਨਿਆ। ਖੁਸਾ ਦਾ ਨਾਮ ਸੁਣਿਆ ਕਦੇ? ਹੁਣ ਜਿਹੋ ਜੀ ਬੋਲੀ ਉਹ ਬੋਲਦੇ, ਸਤਿਗੁਰ ਬੋਲਦੇ ਆ। ਹੁਣ ਇੱਥੇ ਮਾਂ ਕਿਹੜੀ ਹੈ? ਸਿੱਧਾਂ ਦੀ ਮਾਂ ਸੀ ਤ੍ਰਿਸ਼ਨਾ। ਤ੍ਰਿਸ਼ਨਾ ਇਹ ਬਿਰਲੇ ਦੀ ਬੁਝਦੀ ਹੈ, ਧਰਮੀ ਤੋਂ ਲੈ ਕੇ ਕੁਕਰਮੀ ਤੱਕ ਸਾਰੀ ਸੜੇ ਫਿਰਦੇ ਤ੍ਰਿਸ਼ਨਾ ਚ। ਹੁਣ ਤ੍ਰਿਸ਼ਨਾ ਦੀ ਮਾਂ ਕਿਹੜੀ ਹੈ? ਮਾਇਆ। ਲੋਟ ਨਹੀਂ, ਇਹ ਉਹ ਮਾਇਆ ਦੀ ਚਬੰਦ ਸਿੱਧ ਕਹਿੰਦੇ ਸੀ ਅਸੀਂ ਮਹਾਨ ਆ, ਅਸੀਂ ਗੁਰੂ ਆ ਹਿੰਦੁਸਤਾਨ ਦੇ। ਮਰਦ ਨੇ ਰਹੱਸ ਵਿੱਚ ਕਹਿ ਦਿੱਤਾ ਤੇਰੀ ਮਾਂ ਦਾ ਸਿਰ ਮੁੰਨਿਆ, ਅੱਗੋਂ ਤੇਰੀ ਮਾਂ ਦੀ ਮਾਂ ਦਾ ਸਿਰ ਮੁੰਨਿਆ। ਉਹਨੂੰ ਸਮਝ ਨਹੀਂ ਆਈ ਗੱਲ ਦੀ। ਉਹਨੇ ਕਿਹਾ ਵੀ ਇਹ ਤੇ ਮਾਂ ਬਾਪ ਤੱਕ ਪਹੁੰਚ ਗਏ, ਮੈਂ ਤੇ ਕਹਿੰਦਾ ਸੀ ਗੁਰੂ ਗੋਰਖ ਆਖੋ, ਇੱਥੇ ਮੇਰੀਆਂ ਜੜ੍ਹਾਂ ਵੱਢਣ ਲੱਗ ਪਏ। ਭੰਗੜ ਨਾਥ ਗੁੱਸੇ ਚ ਆ ਗਿਆ, ਲਕੀਰ ਕੋਲ ਖੜ ਗਿਆ, ਕਹਿੰਦਾ ਆਖਦੇ ਕੀ ਹੋ? ਸਤਿਗੁਰ ਕਹਿੰਦੇ ਭਾਈ ਔਖਾ ਤੁਹਾਡਾ, ਤੁਸੀਂ ਫੰਕਾਰੇ ਮਾਰਦੇ ਫਿਰਦੇ, ਪੱਲੇ ਤੁਹਾਡੇ ਕੱਖ ਨਹੀਂ। ਹੁਣ ਮਾਈ ਹੂੰ ਕੀ ਮਾਈ ਸੰਗਤ ਜਨ ਸੰਭਾਰੀਏ। ਮਰਦ ਕਹਿੰਦੇ ਜਾ ਆਪਣੀ ਮਾਂ ਨੂੰ ਸੰਭਾਲ, ਜਾ ਕੇ ਮਾਂ ਦੀ ਮਾਂ ਸੰਭਾਲ ਲਿਆ। ਸਤਿਨਾਮ। ਹੁਣ ਸਿੱਧ ਜੇ ਪੁੱਛੂਗਾ ਇਹਦੇ ਅਰਥ ਦੱਸੋ, ਫਿਰ ਸਿੱਧ ਕਾਹਦਾ ਹੋਇਆ? ਫਸਾ ਲਿਆ ਨਾ ਜਾਲ ਚ। ਜੇ ਉਹ ਪੁੱਛੂਗਾ ਵੀ ਤੁਸੀਂ ਮੇਰੀ ਮਾਂ ਦਾ ਜ਼ਿਕਰ ਕੀਤਾ, ਇਹਦਾ ਮਤਲਬ ਦੱਸੋ, ਫਿਰ ਉਹ ਕਹਿਣਗੇ ਵੀ ਤੂੰ ਸਿੱਧ ਕਾਹਦਾ ਹੋਇਆ? ਓਏ ਤੇਰੇ ਕੋਲ ਕਰਾਮਾਤ ਕਾਹਦੀ ਹੈ? ਤੂੰ ਤੇ ਸਾਨੂੰ ਗਿਆਨ ਦੇਣ ਆਇਆ ਸੀ, ਤੈਨੂੰ ਇਹਨਾਂ ਵੀ ਨਹੀਂ ਪਤਾ। ਸ਼ਰਮਿੰਦਾ ਜਾ ਹੋ ਕੇ ਖੜਾ ਰਿਹਾ, ਕੁਛ ਨਾ ਬੋਲਿਆ। ਮਰਦ ਕਹਿੰਦੇ ਆਪਣੀ ਮਾਂ ਨੂੰ ਭਾਈ ਸਮਝਾ ਲੈ, ਮਾਂ ਦੀ ਮਾਂ ਨੂੰ ਨੱਥ ਪਾ ਲੈ, ਇਹ ਵਸੋਂ ਬਾਹਰ ਹਨ। ਦੁਖ ਤਾਂ ਕੋ ਹੋਏ ਭੂਲੇ ਪੰਥ ਫਿਰ ਜੋਏ। ਤੇਰੀ ਮਾਂ ਤੇ ਤੇਰੀ ਮਾਂ ਦੀ ਮਾਂ ਨੂੰ ਤਾਂ ਮਾੜਾ ਬੋਲਿਆ ਸੀ ਨੇ ਕਿਉਂਕਿ ਪੁੱਤ ਉਹਦਾ ਆਫਰਿਆ ਫਿਰਦਾ। ਖੋ ਸਤਨਾਮ। ਕਿਉਂ? ਹੰਕਾਰ ਚ। ਉਹ ਕਿਹਦਾ ਪੁੱਤ ਹੈ? ਤ੍ਰਿਸ਼ਨਾ ਨੂੰ ਮਾਂ ਬਣਾਈ ਫਿਰਦੇ ਸਿੱਧ, ਤੇ ਜਿਹੜੀ ਮਾਇਆ ਹੈ ਨਾਨੀ ਹੋ ਗਈ ਉਹ ਮਾਂ ਦੀ ਮਾਂ। ਸਤਿਗੁਰ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਜਿਹਨੂੰ ਲੱਗੀ ਹੈ ਉਹ ਅੱਜ ਵੀ ਰੋਇਆ ਤੇ ਕੱਲ ਵੀ ਰੋਇਆ, ਸੁੱਖ ਦੀ ਨੀਂਦ ਨਾ ਸੋਇਆ। ਸਤਿਗੁਰਾਂ ਦੇ ਬਚਨਾਂ ਨੂੰ ਸਮਝ ਆਉਣ ਲੱਗੇ ਹੌਲੀ ਹੌਲੀ।
ਵੀ ਗੱਲਾਂ ਬੜੀਆਂ ਗਹਿਰੀਆਂ ਕਰਦੇ ਨੇ, ਪਰ ਬਹੁਤ ਸ਼ਰਮਿੰਦਾ ਹੁੰਦਾ ਏ। ਮਾਨ ਤੁਮਰੀ ਕੋ ਖੋਏ ਲਿਉ ਮਾਰਗ ਨਿਹਾਰੀਏ। ਮਰਦ ਕਹਿੰਦੇ ਤੂੰ ਸਾਨੂੰ ਆਪਣੇ ਰਾਹ ਤੇ ਚਲਾਏਂਗਾ, ਓਏ ਤੁਸੀਂ ਤੇ ਆਪਣਾ ਰਾਹ ਭੁੱਲੀ ਫਿਰਦੇ ਹੋ। ਮਾਣ ਇੰਨਾ ਹੰਕਾਰੀ ਬੰਦਾ ਕਦੇ ਧਰਮੀ ਹੋ ਸਕਦਾ ਹੈ? ਮਾਫ ਕਰਿਓ, ਜਿਸ ਬੰਦੇ ਅੰਦਰ ਲੋਭ ਹੈ, ਤ੍ਰਿਸ਼ਨਾ ਹੈ, ਹੰਕਾਰ ਹੈ, ਮੋਹ ਹੈ, ਇਹ ਬੇਕਾਰ ਨੇ ਨਾ। ਜਿਹਦੇ ਅੰਦਰ ਉਹ ਲੱਖ ਧਰਮੀ ਬਣਨ ਦੀ ਕੋਸ਼ਿਸ਼ ਕਰੇ, ਹਿਰਦੇ ਤੋਂ ਧਰਮੀ ਬਣ ਹੀ ਨਹੀਂ ਸਕਦਾ। ਸਰੀਰਕ ਤੌਰ ਤੇ ਧਰਮੀ ਹੋ ਜਾਏ, ਗੁਰੂ ਸਾਹਿਬ ਨੇ ਕਹਿਤਾ, ਕਹਿੰਦੇ ਤੂੰ ਸਿੱਧ ਹੀ ਨਹੀਂ ਹੋ ਸਕਦਾ। ਉਹ ਹੰਕਾਰ ਨਾਲ ਆਇਆ ਸੀ ਵੀ ਮੇਰੇ ਗੁਰੂ ਨੂੰ ਗੁਰੂ ਕਹੋ, ਤੁਹਾਨੂੰ ਮੈਂ ਸਿੱਧ ਬਣਾ ਕੇ ਲੈ ਕੇ ਚੱਲੂ। ਮਰਦ ਕਹਿੰਦੇ ਤੁਹਾਡੇ ਕੋਲ ਹੈ ਹੀ ਕੁਛ ਨਹੀਂ, ਸੰਸੇ ਭਰੇ ਪਏ ਆ, ਤੁਹਾਡੇ ਦੇ ਅੰਦਰ ਤ੍ਰਿਪਤੀ ਨਹੀਂ, ਅੰਦਰ ਤੁਹਾਡੇ ਸੰਸਾ ਹੈ। ਤੁਹਾਨੂੰ ਆਪਣੇ ਆਪ ਦਾ ਨਹੀਂ ਪਤਾ ਸੀ ਪਾਰ ਲੈਣਾ ਜਾਂ ਨਹੀਂ। ਹੁਣ ਬਾਣੀ ਕੀ ਲਿਖਦੀ ਹੈ? ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਉਸ ਗੁਰੂ ਦੀ ਮਾਂ ਦਾ ਕੈਂਚੀ ਲੈ ਕੇ ਸਿਰ ਬੰਨ ਦਿਓ ਜਿਹੜਾ ਆਪਣੇ ਸਿੱਖ ਦੇ ਅੰਦਰ ਦਾ ਭਰਮ ਹੀ ਨਹੀਂ ਕਰ ਸਕਦਾ। ਜਾਤੇ ਭਰਮ ਨਾ ਜਾਏ। ਆਪ ਡੁੱਬੇ ਚਹੁ ਵੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਉਹ ਆਪ ਵੇਦਾਂ ਨੂੰ ਪੜ੍ਹ ਡੁੱਬ ਕੇ ਚੇਲਿਆਂ ਨੂੰ ਡੋਬ ਦਿੱਤਾ, ਕਿਸੇ ਦੀ ਗਤੀ ਹੋਈ। ਗੁਰੂ ਦਾ ਭਾਵ ਕੀ ਹੁੰਦਾ ਹੈ? ਗੁਰੂ ਉਹਨੂੰ ਕਹਿੰਦੇ ਆ ਜਿਹੜਾ ਅੰਦਰ ਦਾ ਅੰਧਕਾਰ, ਅੰਦਰ ਦਾ ਹਨੇਰਾ ਕੱਢ ਕੇ ਸਿੱਧਾ ਰਾਹ ਦਿਖਾਵੇ। ਕੱਲਾ ਰਾਹ ਨਾ ਦਿਖਾਵੇ, ਉਸ ਰਾਹ ਤੇ ਬਾਹ ਫੜ ਕੇ, ਉਂਗਲ ਫੜ ਕੇ ਸਿੱਖ ਨੂੰ ਲੈ ਕੇ ਜਾਵੇ। ਅੰਦਰ ਸ਼ੰਕਾ ਨਾ ਰਵੇ, ਭਰਮ ਨਾ ਰਵੇ, ਸੰਸਾ ਨਾ ਰਵੇ। ਹੁਣ ਗੋਰਖ ਦੇ ਚੇਲਿਆਂ 'ਚ ਤੇ ਭਰਮ ਸੀ। ਉਹ ਕਹਿੰਦਾ ਤੁਹਾਨੂੰ ਮੁਕਤ ਕਰ ਦਿਆਂਗਾ, ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਦਿਆਂਗਾ। ਪਰ ਗੋਰਖ ਅੱਜ ਤੱਕ ਕਿਸੇ ਨੂੰ ਨਿਰੰਕਾਰ ਨਾਲ ਨਹੀਂ ਮਿਲਾ ਸਕਿਆ। ਆਖੋ ਸਤਿਨਾਮ। ਹੁਣ ਇਹ ਗੱਲ ਕਿੱਥੇ ਗਈ? ਕਹਿੰਦੇ ਤੇਰਾ ਗੁਰੂ ਗੋਰਖ ਤੇ ਗੋਰਖ ਦਾ ਗੁਰੂ ਵੀ ਜਿਹੜਾ ਹੈ ਨਾ, ਮਰਦ ਕਹਿੰਦੇ ਉਹ ਭਰਮ ਨਹੀਂ ਕੱਢ ਸਕੇ। ਸਭ ਮਾਇਆ ਦੇ ਚਾਟੜੇ ਹਨ। ਗੋਰਖ ਬਿਲੋਕਿਓ ਤੇਰੋ ਓਦ ਹੈ ਵਧਾਈ ਬਾਦ। ਕਹਿੰਦਾ ਸੀ ਨਾ ਗੋਰਖ ਦੇ ਚੇਲੇ ਬਣ ਜਾਓ। ਸਤਿਗੁਰ ਕਹਿੰਦੇ ਜਾ ਓਏ ਤੇਰਾ ਗੋਰਖ ਵੀ ਵੇਖਿਆ ਸੀ ਨੇ, ਉਮਰ ਵਧਾਈ ਫਿਰਦਾ, ਪੱਲੇ ਪੁੱਲੇ ਕੱਖ ਨਹੀਂ ਉਹਦੇ। ਕਹਿੰਦੇ ਭੰਗਣਨਾਥ ਘੁੱਗੂ ਜਿਹਾ ਬਣ ਕੇ ਖੜ ਗਿਆ ਵੀ ਆਪਣੀ ਤੇ ਲਾਭਾ ਸੁੱਖ ਨਾਲ ਬਹੁਤ ਹੋ ਗਈ ਤੇ ਗੁਰੂ ਨੂੰ ਵੀ ਨਹੀਂ ਬਖਸ਼ ਰਿਹਾ। ਆਖੋ ਸਤਿਨਾਮ। ਇਹ ਤੇ ਮੇਰੇ ਗੁਰੂ ਦੇ ਦੁਆਲੇ ਹੋ ਗਏ। ਮਰਦ ਕਹਿੰਦੇ ਜਾ ਵੇਖਿਆ ਤੇਰਾ ਗੁਰੂ, ਹਉਮੈ ਤੋਂ ਬਿਨਾ ਉਹਦੇ ਕੋਲ ਕੁਝ ਨਹੀਂ। ਬਾਦ ਕੁਰ ਚਾਵੇ ਨਹੀਂ ਮਾਨ ਕੋ ਨਿਵਾਰਿਆ। ਭਾਈ ਲੋਕਾਂ ਨਾਲ ਤੁਸੀਂ ਝਗੜੇ ਕਰਦੇ ਫਿਰਦੇ ਹੋ, ਆਪਣੇ ਅੰਦਰ ਦਾ ਹੰਕਾਰ ਨਿਵਰਤ ਨਹੀਂ ਕਰਦੇ। ਮੈਂ ਕਹਿੰਦਾ ਹੰਕਾਰੀ ਬੰਦਾ ਲੱਖਾਂ ਨਾਲ ਵੀ ਲੜਦੇ ਨੂੰ ਸ਼ਾਂਤੀ ਨਹੀਂ ਆਉਂਦੀ। ਉਹ ਕਹਿੰਦਾ ਆ ਕਿਵੇਂ ਰਹਿ ਗਿਆ, ਇਹਨੂੰ ਮੈਂ ਕਿਉਂ ਨਹੀਂ ਕੁਛ ਕਿਹਾ, ਇਹਨੂੰ ਕਿਉਂ ਨਹੀਂ ਦਾਬਾ ਮਾਰਿਆ। ਹੰਕਾਰੀ ਦੇ ਅੰਦਰ ਸਰਦ ਨੇ ਇਹੀ ਕੁਛ ਚੱਲਦਾ ਰਹਿੰਦਾ, ਕਲੇਸ਼। ਗੁਰੂ ਸਾਹਿਬ ਨੇ ਜਦੋਂ ਇਹ ਸ਼ਬਦ ਕਹਿਤੇ ਨਾ, ਕਹਿੰਦੇ ਤੇਰਾ ਗੁਰੂ ਦੇਖਿਆ ਹੋਇਆ ਓਏ, ਉਹਦੇ ਕੋਲ ਹੈ ਹੀ ਕੁਛ ਨਹੀਂ ਸਿਵਾਏ ਹੰਕਾਰ ਤੋਂ, ਸਿਵਾਏ ਹਉਮੈ ਤੋਂ, ਮੱਥਾ ਟਿਕਾਉਣ ਤੋਂ। ਕਿਉਂਕਿ ਗੋਰਖ ਆਇਆ ਸੀ, ਭੱਜ ਗਿਆ ਸੀ, ਸਿੱਧਾ ਦਾ ਗੁਰੂ ਭੱਜ ਗਿਆ। ਜਦੋਂ ਮਰਦ ਤੇ ਸਿਲਾ ਪੱਥਰ ਸੁੱਟਣ ਲੱਗਿਆ ਸੀ ਨਾ ਵੀ ਥੱਲੇ ਦੱਬਦੇ ਆ, ਇਹ ਕੀ ਸੀ? ਈਰਖਾ ਸੀ, ਸਾੜਾ ਸੀ, ਹੰਕਾਰ ਸੀ। ਗੁਰੂ ਬਾਬਾ ਜੀ ਨੇ ਭੰਗਣਨਾਥ ਨੂੰ ਸਪਸ਼ਟ ਕਹਿਤਾ ਕਿ ਤੂੰ ਕੌਣ ਹੈ? ਅਸੀਂ ਤੇ ਤੇਰੇ ਗੁਰੂ ਨੂੰ ਵੀ ਜਾਣਦੇ ਆ। ਉਹ ਕਿੰਨੀ ਕੁ ਕਰਤੂਤ ਦਾ ਮਾਲਕ ਹੈ, ਕੀ ਕੋਈ ਕਰ ਸਕਦਾ ਏ। ਹੋਇਓ ਨਿਜ ਗਿਆਨ ਕੈਸੇ ਦੇਹੋ ਘਤਿਆਨ। ਕਹਿੰਦੇ ਜਿਹਨੂੰ ਆਪਣੇ ਆਪ ਦਾ ਗਿਆਨ ਨਹੀਂ ਹੋਇਆ ਤੇ ਕਿਸੇ ਨੂੰ ਗਤ ਮੁਕਤੀ ਕਿੱਥੋਂ ਦੇ ਦੂ। ਕੈਸੇ ਤੋਹੇ ਤਾਰ ਹੈ ਰੇਜੜ ਆਪ ਡੁੱਬਿਓ ਭਵ ਸਾਗਰ। ਜਿਸ ਇਨਸਾਨ ਨੇ ਆਪ ਦੁਨੀਆ ਦਾ ਗੇੜਾ ਨਾ ਲਾਇਆ ਹੋਵੇ ਤੇ ਲੋਕਾਂ ਨੂੰ ਦੁਨੀਆ ਬਾਰੇ ਦੱਸੇ ਤੇ ਹੈਰਾਨੀ ਦੀ ਗੱਲ ਹੈ ਨਾ। ਤੇ ਗੁਰੂ ਬਣ ਕੇ ਲੋਕਾਂ ਨੂੰ ਮੁਕਤੀ ਦੀਆਂ ਗੱਲਾਂ ਦੱਸੇ ਤੇ ਆਪ ਮੁਕਤ ਨਹੀਂ, ਕੀ ਕਰ ਸਕਦਾ ਹੈ? ਹੁਣ ਆਪ ਤੇ ਬੰਦਾ ਅਸ਼ਾਂਤ ਹੈ, ਘਰੇ ਹੋਵੇ ਰੋਜ਼ ਕਲੇਸ਼, ਡਾਂਗੋ ਡਾਂਗੀ ਹੁੰਦਾ ਫਿਰਦਾ ਪਰਿਵਾਰ ਨਾਲ, ਤੇ ਉਹ ਬਾਹਰ ਜਾ ਕੇ ਕੈਂਪ ਲਾ ਕੇ ਲੋਕਾਂ ਨੂੰ ਸਮਝਾਵੇ ਸ਼ਾਂਤੀ ਐਸੇ ਮਿਲਤੀ ਹੈ, ਯਹਾਂ ਰਹਿਤੀ ਹੈ, ਇਹ ਖਾਓ ਉਹ ਖਾਓ, ਇਹ ਕਰੋ। ਤੇ ਫਿਰ ਸੁਣਨ ਵਾਲੇ ਵੀ ਤੇ ਪਰੇਸ਼ਾਨ ਹੀ ਹੋਣਗੇ, ਕਿਉਂਕਿ ਜਿਹੜਾ ਬੰਦਾ ਆਪ ਸ਼ਾਂਤ ਨਹੀਂ ਸ਼ਾਂਤੀ ਦੇ ਸਕਦਾ। ਇੱਕ ਦੁਖੀ ਬੰਦਾ ਤੁਹਾਡੇ ਕੋਲ ਬਹਿ ਜੇ, ਜਿਹੜਾ ਆਪ ਸੁਖੀ ਨਹੀਂ, ਆਪ ਪਰੇਸ਼ਾਨ ਹੈ, ਤੁਹਾਨੂੰ ਵੀ ਪਰੇਸ਼ਾਨ ਕਰ ਦੂ 2 ਮਿੰਟ 'ਚ। ਪਰ ਹਾਂ ਫੁੱਲ ਕੋਲ ਜਾਓਗੇ, ਉਹਦੀ ਖੁਸ਼ਬੂ ਤੁਹਾਨੂੰ ਮਹਿਕਣ ਲਾ ਦੇਗੀ, ਖੁਸ਼ ਕਰ ਦੇਗੀ, ਸ਼ਾਂਤ ਕਰ ਦੇਗੀ, ਕੁਛ ਪਲ ਲਈ ਸਭ ਕੁਝ ਭੁੱਲ ਜਾਓਗੇ। ਤੇ ਜਿਹੜਾ ਇਨਸਾਨ ਸੱਚੀ ਫੁੱਲ ਵਾਂਗੂ ਅੰਦਰੋਂ ਬਾਹਰੋਂ ਖਿੜਿਆ ਹੈ, ਉਹਦੇ ਕੋਲ 2 ਘੜੀ ਬਹਿ ਜਾਓ, ਜੀ ਕਰਦਾ ਸਾਰਾ ਦਿਨ ਹੀ ਬੈਠਾ ਰਹਾਂ, ਗੱਲਾਂ ਹੀ ਕਰਦਾ ਰਹਾਂ। ਇਹ ਦੁੱਖਾਂ ਵਿੱਚ ਵੀ ਦੁਖੀ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੇਰਾ ਗੁਰੂ ਤੇ ਆਪ ਮੁਰਝਾਇਆ ਫਿਰਦਾ ਹੈ।
ਉਹਨੂੰ ਆਪਣੇ ਆਪ ਦਾ ਗਿਆਨ ਨਹੀਂ, ਮੈਂ ਕੌਣ ਆ, ਮੈਂ ਕਿੱਥੇ ਆਇਆ, ਕਿਸ ਲਈ ਆਇਆ। ਉਹ ਤੇ ਉਮਰ ਵਧਾ ਕੇ ਮਨ ਤੇ ਤੁਰਿਆ ਫਿਰਦਾ ਹੈ ਵੀ ਮੇਰੀ 5000 7000 ਸਾਲ ਦੀ ਉਮਰ ਹੋ ਗਈ, ਮੈਂ ਸਿੱਧਾਂ ਦਾ ਗੁਰੂ ਆ, ਮੈਂ ਤੁਹਾਨੂੰ ਉਮਰ ਵਧਾਉਣ ਦਾ ਤਰੀਕਾ ਦੱਸਦਾ। ਮਹਾਰਾਜ ਕਹਿੰਦੇ ਰੱਬ ਵੇਖਿਆ ਉਹਨੇ ਕਦੇ, ਮਿਲਿਆ ਕਦੇ ਪਰਮਾਤਮਾ ਨੂੰ? ਪਰਮਾਤਮਾ ਦੇ ਰਾਹ ਨਹੀਂ ਚੱਲਿਆ, ਰਿੱਧੀਆਂ ਸਿੱਧੀਆਂ ਤੇ ਮਾਇਆ ਦੇ ਰਾਹ ਤੇ ਤੁਹਾਡਾ ਗੁਰੂ ਤੁਰਿਆ ਫਿਰਦਾ ਏ। ਕੰਬ ਧਾਰੇ ਸਨਮਾਨ ਹਿਤ ਲੋਕਨ ਭੁਲਾਰੀਆ। ਕਿਹੜਾ ਧਰਮ ਹੈ ਤੁਹਾਡਾ? ਸਾਹਿਬ ਕਹਿੰਦੇ ਦੰਭ ਨਾਮ ਹੈ ਪਖੰਡ ਦਾ। ਪਖੰਡ ਧਾਰਨ ਕਰੀ ਫਿਰਦੇ ਹੋ ਤੁਸੀਂ, ਸਿਰਫ ਲੋਕਾਂ ਤੋਂ ਆਪਣੀ ਪੂਜਾ ਕਰਾਉਣ ਵਾਸਤੇ ਪਖੰਡ ਕਰਦੇ ਹੋ ਵੀ ਲੋਕ ਸਾਡਾ ਸਨਮਾਨ ਕਰਨ, ਲੋਕ ਸਾਡਾ ਸਤਿਕਾਰ ਕਰਨ, ਲੋਕੀ ਸਾਨੂੰ ਵੱਡਾ ਕਹਿਣ। ਵੱਡਾ ਕੌਣ ਸੀ? ਵੱਡਾ ਤੇ ਗੁਰੂ ਨਾਨਕ ਸਾਹਿਬ ਨੇ ਦੱਸਿਆ, ਕਹਿੰਦੇ ਸੁਣ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਢੀਠਾ ਹੋਏ। ਵੱਡਾ ਤੇ ਇੱਕ ਪਰਮਾਤਮਾ ਹੈ, ਵੱਡਾ ਤੇ ਨਿਰੰਕਾਰ ਹੈ, ਪਰ ਸਿੱਧਾਂ ਦਾ ਗੁਰੂ ਗੋਰਖ ਕਹਿੰਦਾ ਮੈਥੋਂ ਵੱਡਾ ਕੋਈ ਨਹੀਂ, ਮੈਂ ਸਾਰਿਆਂ ਤੋਂ ਵੱਡਾ। ਮਹਾਰਾਜ ਕਹਿੰਦੇ ਤੁਹਾਡੀ ਅੱਖੀ ਧੂੜ ਪਾਈ ਫਿਰਦਾ ਏ ਉਹ, ਜੋ ਆਪ ਵੱਡਾ ਬਣ ਕੇ ਤੁਹਾਨੂੰ ਇਹ ਵਿਖਾਉਂਦਾ ਮੈਥੋਂ ਵੱਡਾ ਕੋਈ ਨਹੀਂ। ਸਭ ਕਹਿੰਦੇ ਜੋ ਆਪ ਨਹੀਂ ਕੁਝ ਜਾਣਦਾ ਸਾਨੂੰ ਕੀ ਸਮਝਾਏਗਾ। ਕਾਨ ਕੋਛਦਾਏ ਮੁੰਡਾ ਫਟਕ ਬਣਾਏ। ਇਹ ਜਿਵੇਂ ਸਤਿਗੁਰਾਂ ਨੂੰ ਬੋਲਦੇ ਸੀ, ਗੁਰੂ ਬਾਬਾ ਜੀ ਨੇ ਫਿਰ ਲਹਿਰਾਂ ਬਹਿਰਾਂ ਹੀ ਲਾਤੀਆਂ, ਹੱਸ ਹੱਸ ਕੇ ਬਚਨ ਕਰਦੇ ਮਰਦੇ, ਕਹਿੰਦੇ ਕੰਨ ਪੜਾਈ ਫਿਰਦੇ ਹੋ, ਮੁੰਦਰਾਂ ਪਾਈ ਫਿਰਦੇ ਔਰਤਾਂ ਵਾਂਗੂ, ਇਹਦਾ ਕੀ ਫਾਇਦਾ ਹੈ, ਇਹਦੇ ਨਾਲ ਕੀ ਹੋ ਜੂ? ਦੱਸੋ ਜੀ, ਮੁੰਦਰਾਂ ਪਾ ਕੇ ਕੁਝ ਬਦਲਿਆ ਜਾਂਦਾ ਹੈ? ਕੁਝ ਨਹੀਂ ਬਦਲਦਾ। ਸਿਰਫ ਇੱਕ ਗੁਲਾਮੀ ਦੀ ਨਿਸ਼ਾਨੀ ਹੈ ਨੱਕ ਦਾ ਕੋਕਾ ਤੇ ਕੰਨ ਦੀਆਂ ਮੁੰਦਰਾਂ। ਇਹ ਗੁਲਾਮ ਲੋਕ ਪਾਉਂਦੇ ਸੀ। ਕਦੇ ਮੁਗਲਾਂ ਦਾ ਇਤਿਹਾਸ ਪੜ੍ਹ ਕੇ ਵੇਖੋ ਨਾ, ਹਿੰਦੁਸਤਾਨ ਦੇ ਲੋਕਾਂ ਨੂੰ ਜਦੋਂ ਗੁਲਾਮ ਬਣਾਇਆ ਨਾ, ਗਲ ਵਿੱਚ ਚੇਨ ਪਾਤੀ, ਕਹਿੰਦੇ ਚੱਲ ਸੰਗਲ ਕਾਹਨੂੰ ਪਾਉਣਾ, ਇਹਨਾਂ ਦੇ ਚੇਨ ਪਾ ਦਿਓ ਵੀ ਗੁਲਾਮੀ ਦੀ ਨਿਸ਼ਾਨੀ। ਪੈਰਾਂ 'ਚ ਝਾਂਜਰਾਂ ਪਾਤੀਆਂ, ਜਿਹਨੂੰ ਸ਼ੌਂਕ ਨਾਲ ਲੋਕੀ ਪਾਈ ਫਿਰਦੇ, ਪੰਜੇਬਾਂ ਕਹਿੰਦੇ ਆ। ਇਹ ਕੀ ਸੀ? ਪੈਰ ਦੀਆਂ ਜੰਜੀਰਾਂ, ਗੁਲਾਮੀ ਦੀਆਂ ਨਿਸ਼ਾਨੀਆਂ ਦਿੱਤੀਆਂ। ਉਹ ਤੋਂ ਬਾਅਦ ਕੰਨਾਂ ਦੇ ਵਿੱਚ ਵਾਲੀਆਂ ਪਾਤੀਆਂ ਵੀ ਕੰਨ ਪਾੜਤੇ ਇਹਨਾਂ ਦੇ, ਇਹ ਜਾ ਨਹੀਂ ਸਕਦੇ ਕਿਤੇ। ਨੱਕ 'ਚ ਪਾਤਾ ਕੋਕਾ, ਜਿਵੇਂ ਬੈਲ ਬਲਦ ਦੇ ਨਹੀਂ ਪਾਈ ਹੁੰਦੀ ਰੱਸੀ ਗਲ ਨੱਕ 'ਚ ਮੋਹਰੀ ਕੱਢ ਕੇ। ਕੰਨ 'ਚ ਸੁਰਾਖ ਤੇ ਨੱਕ 'ਚ ਸੁਰਾਖ ਗੁਲਾਮੀ ਦੀ ਨਿਸ਼ਾਨੀ ਸੀ ਤੇ ਲੋਕਾਂ ਵਾਸਤੇ ਬਣ ਗਿਆ ਟ੍ਰੈਂਡ, ਬਣਾਇਆ ਗਿਆ ਤਰੀਕੇ ਨਾਲ। ਫਿਰ ਇਹਨਾਂ ਨੂੰ ਸਾੜੀਆਂ ਦੇ ਦਿੱਤੀਆਂ, 2-2 ਗਜ ਦੇ ਕੱਪੜੇ ਦੇਤੇ ਲੋਕਾਂ ਨੂੰ ਵੀ ਤੁਸੀਂ ਗੁਲਾਮ ਹੋ ਭਾਈ, ਵੱਡੇ ਨਹੀਂ ਹੋ ਸਕਦੇ। ਉਦੋਂ ਤੋਂ ਇਹ ਫੈਸ਼ਨ ਬਣ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੰਨਾਂ 'ਚ ਮੁੰਦਰਾਂ ਪਾ ਕੇ ਗੁਲਾਮ ਬਣੇ ਫਿਰਦੇ ਹੋ ਗੋਰਖ ਦੇ। ਕਦੇ ਰੱਬ ਨੂੰ ਚੇਤੇ ਕੀਤਾ? ਰੱਬ ਤੁਹਾਡੇ ਇਰਦ ਗਿਰਦ ਵੀ ਨਹੀਂ। ਸੇਲੇ ਅੰਗ ਹੁਮੈ ਪਾਏ ਵੇਖ ਦੰਬ ਕੋ ਨਿਦਾਨ ਹੋ। ਆ ਗਲ 'ਚ ਮਾਲਾ ਪਾਈ ਫਿਰਦੇ ਹੋ ਰੁਦਰਾਕਸ਼ ਦੀ, ਭਗਵੇ ਜੇ ਕੱਪੜੇ ਪਾਏ ਹੋਏ ਆ। ਇਹ ਪਖੰਡਣੀ ਦੀ ਹੋਈ ਹੈ। ਭਗਵੇ ਕੱਪੜੇ ਹੋਣ, ਚਿੱਟੇ ਹੋਣ, ਨੀਲੇ ਹੋਣ, ਕਾਲੇ ਹੋਣ, ਇਹ ਦੱਸੋ ਜੀ ਮੇਰਾ ਪਾਇਆ ਕੱਪੜਾ ਤੁਹਾਡਾ ਕੁਝ ਸਵਾਰ ਸਕਦਾ ਹੈ? ਜੇ ਤੇ ਸਵਾਰ ਸਕਦਾ ਫਿਰ ਤੇ ਮੁਬਾਰਕ ਹੈ, ਨਹੀਂ ਸਿਰਫ ਦਿਖਾਵਾ ਹੈ। ਗੁਰੂ ਬਾਬਾ ਜੀ ਕਹਿ ਰਹੇ ਉਹਨਾਂ ਨੂੰ, ਕਹਿੰਦੇ ਤੇਰਾ ਗੋਰਖ ਕਹਿੰਦਾ ਭਗਵੇ ਕੱਪੜੇ ਪਾਓ, ਕੰਨਾਂ ਵਿੱਚ ਮੁੰਦਰਾਂ ਪਾਓ, ਗਲ ਵਿੱਚ ਸੇਲੀ ਪਾ ਕੇ ਫਿਰੋ। ਸਾਹਿਬ ਕਹਿੰਦੇ ਸਿਰਫ ਇਹ ਲੋਕਾਂ ਨੂੰ ਭਰਮਾਉਣ ਦਾ ਲਿਬਾਸ ਹੈ। ਇਸ ਲਿਬਾਸ ਨੇ ਸ਼ਾਂਤੀ ਨਹੀਂ ਦਿੰਦੀ, ਅੰਦਰੋਂ ਇਕਾਗਰਤਾ ਨਹੀਂ ਦਿੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਵਿੱਚ ਹਜ਼ਾਰਾਂ ਲਿਬਾਸ ਬਦਲੇ, ਹਜ਼ਾਰਾਂ। ਕੋਈ ਇੱਕ ਬੰਦਾ ਉੱਠ ਕੇ ਕਹਿ ਸਕਦਾ ਵੀ ਸਤਿਗੁਰੂ ਕੁੜਤਾ ਪਜਾਮਾ ਪਾਉਂਦੇ ਸੀ ਜਾਂ ਚੋਲਾ ਪਾਉਂਦੇ ਸੀ? ਦੱਸੋ ਜੀ ਕੋਈ। ਹੁਣ ਤੱਕ ਆਪ ਜੀ ਨੇ ਜਿੰਨਾ ਸੁਣਿਆ ਮਰਦ ਦਾ ਰੋਜ਼ ਲਿਬਾਸ ਬਦਲਿਆ ਹੁੰਦਾ, ਰੋਜ਼ ਬਦਲਿਆ ਹੁੰਦਾ। ਉਹ ਵਿਖਾਉਂਦੇ ਸੀ ਇਹਨਾਂ ਕੱਪੜਿਆਂ ਵਿੱਚ ਰੱਬ ਨਹੀਂ ਹੈ, ਪਰਮਾਤਮਾ ਹਿਰਦੇ 'ਚ ਹੈ, ਉਹਦੀ ਖੋਜ ਕਰੋ। ਤੇ ਦੁਨੀਆ ਸਿੱਧਾਂ ਨੂੰ ਮੱਥਾ ਕਿੱਧਰੋਂ ਟੇਕਦੀ ਸੀ? ਉਹਨਾਂ ਦੇ ਹੱਥ ਚਿੱਪੀ ਵੇਖ, ਕੰਨਾਂ ਵਿੱਚ ਮੁੰਦਰਾਂ ਵੇਖ, ਸਿਰ ਤੇ ਜਟਾਵਾਂ ਵੇਖ, ਮੱਥਾ ਟੇਕ ਜਾਂਦੇ ਸੀ। ਕਹਿੰਦੇ ਬਾਬਾ ਜੀ ਧੰਨ, ਸਾਰੀ ਜ਼ਿੰਦਗੀ ਦੀ ਕਮਾਈ ਭੇਟਾ ਕਰ ਦਿੰਦੇ ਸੀ ਘਰਾਂ 'ਚ। ਗੁਰੂ ਸਾਹਿਬ ਕਹਿੰਦੇ ਇਹ ਤੁਸੀਂ ਭੇਖ ਧਾਰੀ ਫਿਰਦੇ ਹੋ। ਭੇਖ ਦਿਖਾਈ ਜਗਤ ਕੋ ਲੋਕਨ ਕੋ ਵਸ ਕੀ। ਬੰਦਾ ਭੇਖ ਦਿਖਾਉਂਦਾ ਲੋਕਾਂ ਨੂੰ ਵਸ ਕਰਦਾ ਹੈ। ਫਿਰ ਬਾਣੀ ਨੂੰ ਹੀ ਪੁੱਛ ਲਓ ਅੱਗੇ ਸਤਿਗੁਰ ਕੀ ਕਹਿੰਦੇ ਆ, ਅੰਤ ਕਾਲ ਕਾਟੀ ਕਾਤੀ ਕਟਿਓ ਵਾਸ ਨਰਕ ਮੋਲੀਨ। ਕਹਿੰਦੇ ਅੰਤ ਵੇਲੇ ਕਾਤੀ ਕਹੀਏ ਟੁਕੜੇ ਟੁਕੜੇ ਹੋ ਕੇ ਜਮਾ ਕੋਲ ਕੱਟਣਾ ਹੈ ਤੇ ਨਰਕਾਂ ਵਿੱਚ ਭੇਖੀਆਂ ਦਾ ਵਾਸਾ ਹੋਣਾ। ਆਖੋ ਸਤਿਨਾਮ, ਗੁਰਬਾਣੀ ਜੁਗੋ ਜੁਗ ਅਟਲ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਕਿ ਤੁਹਾਡਾ ਗੁਰੂ ਭੇਖੀ ਲਿਬਾਸ ਪਾਈ ਫਿਰਦਾ,
ਇਹ ਰਿੱਧੀਆਂ ਸਿੱਧੀਆਂ ਕਿਸੇ ਦੇ ਕੰਮ ਨਹੀਂ ਆਉਣੀਆਂ। ਭਸਮ ਲਗਾਏ ਪਟ ਭਗਵੇ ਰੰਗਾਏ, ਝੋਲੀ ਲੀਨੀਏ ਸਵਾਏ, ਨਿਜ ਮਨ ਤਮਹਾਨ ਹੈ। ਮਰਦ ਕਹਿੰਦੇ ਆ ਭਗਵੇ ਰੰਗ ਦੇ ਕੱਪੜੇ ਪਾ ਕੇ ਤੁਸੀਂ ਸਿੱਧ ਬਣੇ ਫਿਰਦੇ, ਸਰੀਰ ਨੂੰ ਸਵਾਹ ਲਾ ਕੇ ਚੌਂਕੜੇ ਲਾਈ ਫਿਰਦੇ ਵੀ ਅਸੀਂ ਤਿਆਗੀ ਆ। ਮਰਦ ਕਹਿੰਦੇ ਮਾਨ ਤੇ ਛੱਡਿਆ ਨਹੀਂ, ਮਾਨ ਤੇ ਤਿਆਗਿਆ ਨਹੀਂ। ਤਿਆਗਨ ਨਹੀਂ ਕਾ। ਗੁਰੂ ਸਾਹਿਬ ਕਹਿੰਦੇ ਤਿਆਗਣਾ ਚੰਗਾ ਕੀ ਹੈ? ਕਾਮ ਕ੍ਰੋਧ ਲੋਭ ਤਿਆਗਣਾ, ਇਹ ਚੀਜ਼ਾਂ ਛੱਡ। ਤੇ ਲੋਕ ਇੱਥੇ ਕਹਿੰਦੇ ਜੀ ਮੈਂ ਫਲਾਣੀ ਚੀਜ਼ ਛੱਡਤੀ ਮੈਂ ਧਰਮੀ ਆ, ਮੈਂ ਆਹ ਛੱਡਤਾ ਮੈਂ ਧਰਮੀ ਆ। ਨਹੀਂ, ਮਰਦ ਕਹਿੰਦੇ ਆਹ ਚੀਜ਼ਾਂ ਛੱਡੋ। ਭੇਖ ਪਾਈ ਫਿਰਦੇ ਹੋ, ਸਵਾਹ ਮਰੀ ਫਿਰਦੇ ਹੋ। ਇੱਕ ਤੁਸੀਂ ਝੋਲੀ, ਗੋਰਖ ਦੇ ਚੇਲਿਆਂ ਕੋਲ ਝੋਲੀ ਹੁੰਦੀ। ਅੱਜ ਵੀ ਕੋਈ ਯੋਗੀ ਨਾਥ ਆਉਂਦੇ ਆ ਨਾ ਜਿੰਦੇ ਵਿਚਾਰੇ, ਚਲੋ ਉਹਨਾਂ ਦਾ ਤਤੋਈ ਫੁਲਕਾ ਗਰੀਬਾਂ ਦਾ ਸੀ, ਉਹਨਾਂ ਨੂੰ ਕੀ ਕਹਿਣਾ। ਕਦੇ ਉਹਨਾਂ ਦੇ ਮੋਢੇ ਤੇ ਕੱਪੜਾ ਵੇਖਿਓ, ਜਦ ਵੀ ਉਹ ਅੱਡਦੇ ਆ ਝੋਲੀ ਅੱਡ ਲੈਂਦੇ। ਗੋਰਖਨਾਥ ਦੇ ਪੰਥ ਦੇ ਜਿਹੜੇ ਲੋਕ ਨੇ ਨਾ, ਉਹ ਹਮੇਸ਼ਾ ਝੋਲੀ ਅੱਡਦੇ। ਕਹਿੰਦੇ ਇਸ ਝੋਲੀ ਵਿੱਚ ਕੋਈ ਦਾਨ ਪਾ ਦਿਓ, ਦਕਸ਼ਣਾ ਪਾ ਦਿਓ ਤੇ ਰੋਟੀ ਪਾ ਦਿਓ। ਮੰਗ ਕੇ ਖਾਣਾ, ਭੀਖ ਮੰਗ ਕੇ ਖਾਣੀ। ਭੀਖ ਲੈਂਦੇ ਆ, ਭਿੱਖਿਆ ਲੈਂਦੇ ਆ, ਘਰ ਘਰ ਭਿੱਖਿਆ ਜਾਏ। ਗੁਰੂ ਬਾਬਾ ਜੀ ਆਖਦੇ ਕਹਿੰਦੇ ਆ ਝੋਲੀਆਂ ਗਲ ਚ ਪਾਈ ਫਿਰਦੇ ਹੋ, ਇੱਕ ਪਾਸੇ ਭੀਖ ਮੰਗਦੇ ਹੋ, ਦੂਜੇ ਪਾਸੇ ਕਰਾਮਾਤ ਵਿਖਾਉਂਦੇ ਹੋ। ਜੋਗ ਕੀ ਜੁਗਤ ਨਹਿ ਜਾਣੀ ਤੈ ਬਿਮਤ। ਐ ਬੇਮਤ ਵਾਲਿਆ, ਬੇਅਕਲਿਆ। ਭੰਗੜਨਾਥ ਨੂੰ ਮਰਦ ਕਹਿੰਦੇ ਆ ਯੋਗੀ ਬਣਿਆ ਫਿਰਦਾ, ਤੈਨੂੰ ਯੋਗ ਦੀ ਅਕਲ ਕੋਈ ਨਹੀਂ। ਆਖੋ ਸਤਿਨਾਮ। ਐਡੀ ਲਾਭਾ। ਉਹਦੇ ਕਹਿੰਦਾ ਸੀ ਮੈਂ ਬਾਬੇ ਨਾਨਕ ਨੂੰ ਸਿੱਖ ਬਣਾ ਲੂੰਗਾ, ਆਪਣਾ ਸਾਧ ਬਣਾ ਲੂੰਗਾ। ਪਰ ਜਦੋਂ ਸਾਹਿਬਾਂ ਨੇ ਕਰਾਰੇ ਕਰਾਰੇ ਬੋਲ ਕਹਿੰਦੇ ਨਾ ਮੂੰਹ ਤੇ ਭੰਗੜਨਾਥ ਨੂੰ ਭੱਜਣ ਦਾ ਰਾਹ ਨਹੀਂ ਲੱਭਦਾ। ਮੈਂ ਕਿਵੇਂ ਖਹਿੜਾ ਛਡਾ ਕੇ ਦੌੜਾਂ, ਕਿਵੇਂ ਇਹਨਾਂ ਤੋਂ ਦੂਰ ਜਾਵਾਂ। ਨਿਜ ਜੋਗੀ ਹੋ ਕਹਿਤ, ਜੋਗ ਹੂੰ ਤੇ ਅਣਜਾਣ ਹੋ। ਸਤਿਗੁਰ ਕਹਿੰਦੇ ਵੱਡਾ ਜੋਗੀ ਬਣਿਆ ਫਿਰਦਾ, ਜੋਗ ਤੋਂ ਅਣਜਾਣ। ਤੈਨੂੰ ਕੱਖ ਨਹੀਂ ਜੋਗ ਦਾ ਹੁੰਦਾ। ਜਿੰਨਾ ਕਹੁੰਦਾ ਸੀ ਉਹ ਵੀ ਭੁੱਲ ਗਿਆ ਵੀ ਤੇ ਸਾਰਾ ਕੁਝ ਹੀ ਜਾਣਦੇ ਆ। ਸਤਿਨਾਮ। ਮੱਤ ਕੰਮ ਨਹੀਂ ਕਰਦੀ ਭੰਗੜਨਾਥ ਦੀ। ਅਹੰਕਾਰ ਵਿੱਚ ਆਇਆ ਪਰ ਕੋਈ ਪੇਸ਼ ਨਹੀਂ ਜਾਂਦੀ। ਓਦ ਹੈ ਵਧਾਈ ਕੂਰ, ਪੰਥ ਸ਼ੁਭ ਰਹਿਓ ਦੂਰ। ਮਰਦ ਕਹਿੰਦੇ ਆ ਉਮਰ ਵਧਾ ਕੇ ਤੂੰ ਰੱਬ ਦਾ ਸ਼ਰੀਕ ਬਣਿਆ ਫਿਰਦਾ ਹੈ। ਪਰਮਾਤਮਾ ਨੇ ਜਿੰਨੀ ਉਮਰ ਬਖਸ਼ੀ ਹੈ ਉਨੀ ਭੋਗਣੀ ਚਾਹੀਦੀ ਹੈ। ਤੇ ਰੱਬ ਦਾ ਸ਼ਰੀਕ ਬਣ ਕੇ ਕਿਹੜੇ ਰੱਬ ਦਾ ਰਾਹ ਲਈ ਫਿਰਦਾ ਹੈ? ਭੰਗੜਨਾਥ ਹੱਥ ਜੇ ਜੋੜੀ ਜਾਵੇ ਵੀ ਜੇ ਚੋਪੀ ਕਰ ਜਾਣ। ਪਰ ਗੁਰੂ ਸਾਹਿਬ ਕਹਿੰਦੇ ਹੁਣ ਜਵਾਬ ਲੈ ਕੇ ਜਾ, ਵਿੱਚੋਂ ਦੌੜੀ ਨਾ। ਸਹਿਜ ਸਰੂਪ ਕੋਹ ਦੂਰ ਕਿਵ ਜਾਣੇ ਹੋ। ਉਹ ਤੁਸੀਂ ਤੇ ਕਦੇ ਉਸ ਸਾਹਿਬ ਨੂੰ ਆਪਣੇ ਨੇੜੇ ਹੀ ਨਹੀਂ ਜਾਣਿਆ, ਪਰਮਾਤਮਾ ਨੂੰ ਜੋ ਤੁਹਾਡੇ ਅੰਦਰ ਵਸਦਾ ਹੈ। ਤੁਸੀਂ ਤੇ ਭੇਖ ਚਲਾ ਕੇ ਦਸਮ ਦੇ ਸਵਾਸਾਂ ਚਲਾ ਕੇ ਲੋਕਾਂ ਨੂੰ ਲਿਜਾਤਾ। ਹੁਣ ਸਾਰੀਆਂ ਗੱਲਾਂ ਨੂੰ ਲੱਗੀ ਜਾਣ ਵੀ ਹੈ ਤੇ ਸੱਚੀਆਂ ਨੇ, ਪਰ ਆਪਾਂ ਮੰਨਣੀਆਂ ਨਹੀਂ। ਆਖੋ ਸਤਿਨਾਮ। ਹੈ ਤੇ ਸੱਚੀਆਂ ਨੇ, ਜੇ ਮੰਨ ਗਏ ਤੇ ਲੋਹੇ ਰੀਪੇ ਵਾਲਾ ਕੰਮ ਹੋ ਜਾਣਾ। ਉਹ ਤੇ ਹਾਰ ਗਿਆ, ਕਹਿੰਦਾ ਬਾਬਾ ਮੈਂ ਹਾਰ ਗਿਆ, ਤੁਹਾਡੀਆਂ ਗੱਲਾਂ ਚੰਗੀਆਂ ਨੇ। ਪਰ ਹੰਕਾਰੀ ਸੱਚ ਨੂੰ ਸੱਚ ਸਮਝਦਾ ਵੀ ਹੁੰਦਾ। ਉਹਨੂੰ ਪਤਾ ਮੇਰੀ ਇਹ ਕਮਜ਼ੋਰੀ, ਮੇਰੇ ਸਾਹਮਣੇ ਸਭ ਕੁਝ ਹੋਇਆ ਹੈ, ਪਰ ਮੰਨੇ ਕਿਉਂ? ਗੁਰੂ ਨਾਨਕ ਸਾਹਿਬ ਭੰਗੜਨਾਥ ਨੂੰ ਸਿੱਧੇ ਬਚਨ ਸੁਣਾ ਰਹੇ ਨੇ। ਮਰਦ ਕਹਿੰਦੇ ਅਸੀਂ ਤੇ ਇੱਕ ਨਿਰੰਕਾਰ ਨੂੰ ਮੰਨਦੇ ਹਾਂ, ਤੂੰ ਕਿਹੜੇ ਗੁਰਖ ਦੀਆਂ ਗੱਲਾਂ ਕਰਦਾ ਹੈ? ਸਾਹਿਬ ਕਹਿੰਦੇ ਤੂੰ ਆਇਆ ਸੀ ਹੰਕਾਰ ਕਰਕੇ, ਆਪਣੇ ਤੇ ਪਰਦੇ ਚੁਕਾਏ, ਤੂੰ ਆਪਣੇ ਗੁਰੂ ਦੇ ਵੀ ਚੁਕਾਈ ਫਿਰਦਾ। ਆਖੋ ਸਤਿਨਾਮ। ਪਰਦਾ ਗੋਰਖ ਦਾ ਵੀ ਚੁਕਾ ਲਿਆ। ਭੰਗੜਨਾਥ ਪਛਤਾ ਰਿਹਾ ਹੈ। ਸਤਿਗੁਰਾਂ ਨੇ ਅਗਲੀਆਂ ਵਾਦੀਆਂ ਵੱਲ ਵਧਣਾ ਹੈ। ਜੋ ਕੁਝ ਹੋਣਾ ਹੈ ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।